ਭਗਤੀਆਂ ਖਬਰਾਂ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਹਰਪ੍ਰੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਮੋਹਾਲੀ ਤੋਂ ਸਬਦੀਸ਼ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ, ਨਾਲ ਹੀ ਸਾਡੇ ਨਾਲ ਜੁੜ ਰਹੇ ਨੇ ਜਲੰਧਰ ਤੋਂ ਦਿਲਰਾਜ ਸਿੰਘ ਜੀ। ਤੁਹਾਡੇ ਸਭ ਦਾ ਸ਼ੋਅ ਦੇ ਵਿੱਚ ਸਵਾਗਤ ਹੈ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਗੱਲਬਾਤ ਡਿਬੇਟ ਨੰਬਰ 1 ਚ ਗੱਲਬਾਤ ਕਰਾਂਗੇ ਭਾਰਤ ਤੇ ਪੰਜਾਬ ਦੀ ਰਾਜਨੀਤੀ ਨੂੰ ਮਿਲਾ ਕੇ। ਡਿਬੇਟ ਨੰਬਰ 2 ਚ ਅੱਜ ਅਸੀਂ ਤੁਹਾਡੇ ਨਾਲ ਜ਼ੀਰਾ ਅਤੇ ਧਰਮਕੋਟ ਦੇ ਪੋਲ ਡਿਸਕਸ ਕਰਾਂਗੇ। ਮੈਂ ਫਿਰ ਤੋਂ ਦੱਸਦਾ, ਜ਼ੀਰਾ ਜਿਹਦੇ ਕਿ ਅਸੀਂ ਓਪੀਨੀਅਨ ਪੋਲ ਤੁਹਾਨੂੰ ਸੈਟਰਡੇ ਨੂੰ ਚੱਕਦੇ ਟੀਵੀ ਤੇ ਸ਼ਨੀਵਾਰ ਨੂੰ ਵਿਖਾਏ ਸੀ, ਤੇ ਧਰਮਕੋਟ ਦੇ ਓਪੀਨੀਅਨ ਪੋਲ ਅਸੀਂ ਸੰਡੇ ਨੂੰ ਤੁਹਾਨੂੰ ਚੱਕਦੇ ਟੀਵੀ ਤੇ ਵਿਖਾਏ ਸੀ। ਉਹ ਦੋਵੇਂ ਓਪੀਨੀਅਨ ਪੋਲ ਅਸੀਂ ਤੁਹਾਡੇ ਨਾਲ ਡਿਬੇਟ ਨੰਬਰ 2 ਚ ਓਪੀਨੀਅਨ ਪੋਲ ਚ ਕਿ ਲੋਕਾਂ ਨੇ ਕਿਹੜੇ ਮੁੱਦੇ ਸਾਡੇ ਨਾਲ ਡਿਸਕਸ ਕੀਤੇ ਤੇ ਕਿਹੜੇ ਏਰੀਏ 'ਚ ਕਿਹੜੇ ਲੀਡਰ ਦੇ ਨਾਂ ਤੇ ਜਾਂ ਕਿਹੜੀ ਪਾਰਟੀ ਦੇ ਨਾਂ ਤੇ ਵੋਟਾਂ ਪੈਂਦੀਆਂ ਨੇ, ਕਿਹੜੇ ਮੁੱਦੇ ਨੇ ਜਿੱਤੋਂ ਲੋਕ ਪਾਰਟੀਆਂ ਤੋਂ ਨਾਰਾਜ਼ ਨੇ, ਇਹ ਸਾਰੇ ਤੁਹਾਡੇ ਨਾਲ ਡਿਟੇਲ ਵਿੱਚ ਡਿਸਕਸ ਕਰਾਂਗੇ। ਡਿਬੇਟ ਨੰਬਰ 1 ਇੰਡੀਆ ਦੇ ਭਾਰਤ ਦੇ ਇੱਕ ਮੁੱਦੇ ਤੋਂ ਸ਼ੁਰੂ ਕਰਾਂਗੇ। ਡਿਬੇਟ ਨੰਬਰ 1 ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਨਿਊਜ਼ ਤੁਹਾਡੇ ਨਾਲ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ ਹਾਂ, ਜੋ ਦੁਬਈ ਤੋਂ ਆ ਰਹੀ ਸੀ, ਜਿਹਦੇ ਵਿੱਚ ਕਿ ਇੱਕ ਔਰਤ ਨੇ ਟਵਿੱਟਰ ਤੇ ਆਪਣੀ ਬਿਨਾਂ ਬੁਰਕਾ ਪਾਏ ਪਿਕਚਰ ਪਾ ਦਿੱਤੀ ਗਈ। ਤੋਂ ਉਸ ਤੋਂ ਬਾਅਦ ਉੱਥੋਂ ਦੀ ਅਥਾਰਟੀ ਨੇ ਉਹਦੇ ਖਿਲਾਫ ਕੇਸ ਫਾਈਲ ਕੀਤਾ ਵਾ। ਹੈਰਾਨੀ ਵੀ ਹੁੰਦੀ ਆ ਕਿ ਕੋਈ ਟਵਿੱਟਰ ਤੇ ਜੇ ਆਪਣੀ ਪਿਕਚਰ ਆਪਣੇ ਹਿਸਾਬ ਨਾਲ ਪਾਉਂਦਾ ਵਾ, ਉੱਥੋਂ ਦੀ ਸਰਕਾਰ, ਉੱਥੋਂ ਦੇ ਕਾਨੂੰਨ ਜੋ ਨੇ ਉਹਨੂੰ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦੇ ਕਿ ਤੁਸੀਂ ਬੁਰਕਾ ਲਾ ਕੇ ਟਵਿੱਟਰ ਤੇ ਆਪਣੀ ਪਿਕਚਰ ਵੀ ਪਾ ਸਕੋ। ਇਹ ਤੋਂ ਰਲਦਾ ਮਿਲਦਾ ਹੀ ਇੱਕ ਮੁੱਦਾ ਇੰਡੀਆ ਦਾ ਵਾ, ਜਿਸ ਤੋਂ ਮੈਂ ਸ਼ੁਰੂ ਕਰਨਾ ਚਾਹੂੰਗਾ। ਥੋੜੇ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਇਹ ਮੁੱਦਾ ਡਿਬੇਟ ਵੀ ਕੀਤੀ ਸੀ ਅਸੀਂ ਕਿ ਸੁਪਰੀਮ ਕੋਰਟ ਦੇ ਆਦੇਸ਼ ਹੁਣ ਹੋ ਗਏ ਨੇ ਕਿ ਮੂਵੀ ਚੱਲਣ ਤੋਂ ਪਹਿਲਾਂ, ਥੀਏਟਰ ਵਿੱਚ ਕੋਈ ਵੀ ਮੂਵੀ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗਾਨ ਗਾਇਆ ਜਾਵੇ। ਉਦੋਂ ਵੀ ਡਿਬੇਟ ਵਿੱਚ ਕੁਝ ਮੇਰੇ ਸਾਥੀਆਂ ਨੇ ਇਸ ਚੀਜ਼ ਨੂੰ ਵਧੀਆ ਦੱਸਿਆ ਸੀ, ਕੁਝ ਮੇਰੇ ਸਾਥੀਆਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਸੀ। ਜੇ ਸੁਪਰੀਮ ਕੋਰਟ ਜਾਂ ਭਾਰਤ ਸਰਕਾਰ ਜਾਂ ਫਿਰ ਉਹ ਲੋਕ ਜੋ ਸਪੋਰਟ ਕਰ ਰਹੇ, ਉਹਨਾਂ ਦਾ ਇਹ ਕਹਿਣਾ ਕਿ ਇਹਦੇ ਨਾਲ ਦੇਸ਼ ਭਗਤੀ ਦੀ ਭਾਵਨਾ ਵੱਧਦੀ ਆ। ਜੇ ਤੁਸੀਂ ਥੀਏਟਰ 'ਚ ਮੂਵੀ 3 ਘੰਟੇ ਦੀ ਜਾਂ 2 ਘੰਟੇ ਦੀ ਵੇਖਣ ਜਾਂਦੇ ਜੋ ਤੇ 52 ਸੈਕਿੰਡ ਤੁਹਾਨੂੰ ਸ਼ਾਇਦ ਖੜੇ ਹੋਣ 'ਚ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਅੱਜ ਜੋ ਖਬਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਤਮਿਲਨਾਡੂ ਅਤੇ ਕੇਰਲਾ ਦੀਆਂ ਇਹ ਖਬਰਾਂ ਨੇ ਜੋ ਅੱਜ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਉੱਤੇ ਗੱਲਬਾਤ ਕਰਾਂਗੇ। ਥੀਏਟਰ ਵਿੱਚ ਮੂਵੀ ਚੱਲਣ ਤੋਂ ਪਹਿਲਾਂ ਨੈਸ਼ਨਲ ਐਂਥਮ, ਰਾਸ਼ਟਰੀ ਗਾਨ ਚਲਾਇਆ ਗਿਆ ਤੇ ਰਾਸ਼ਟਰੀ ਗਾਨ ਜੋ ਚੱਲਦਾ ਸੀ, ਕੇਰਲਾ ਵਿੱਚ ਕੁਝ ਲੋਕਾਂ ਨੇ ਖੜਾ ਹੋਣ ਤੋਂ ਮਨਾ ਕਰ ਦਿੱਤਾ ਤੇ ਉਹੀ ਹੋਇਆ ਜਿਹਦੀ ਅਸੀਂ ਤੁਹਾਡੇ ਨਾਲ ਉਦੋਂ ਡਿਬੇਟ ਵਿੱਚ ਗੱਲ ਕੀਤੀ ਸੀ। ਲਗਭਗ 8 ਕੇ 9 ਜਣਿਆਂ ਦੇ ਗਰੁੱਪ ਸੀ ਜਿਨ੍ਹਾਂ ਨੇ ਖੜਾ ਹੋਣ ਤੋਂ ਮਨਾ ਕਰ ਦਿੱਤਾ। ਇਹਦੇ ਵਿੱਚ ਇੱਕ ਫ੍ਰੀਲਾਂਸਰ ਜਰਨਲਿਸਟ ਵੀ ਸੀ ਤੇ ਉੱਥੇ ਥੀਏਟਰ ਵਿੱਚ ਮੌਜੂਦ ਜੋ ਲੋਕ ਖੜੇ ਸੀ, ਉਹਨਾਂ ਚੋਂ 20 ਲੋਕਾਂ ਨੇ ਇਹਨਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ। ਗੱਲਬਾਤ ਇੰਨੀ ਵੱਧ ਗਈ ਕਿ ਉਹਨਾਂ 20 ਨੇ ਇਹਨਾਂ 8 ਨੂੰ ਕੁੱਟਿਆ ਤੇ ਸਿਕਿਉਰਿਟੀ ਨੇ ਆ ਕੇ ਦੋਵਾਂ ਗਰੁੱਪਾਂ ਨੂੰ ਥੀਏਟਰ ਤੋਂ ਬਾਹਰ ਕੱਢ ਦਿੱਤਾ। ਪੁਲਿਸ ਨੂੰ ਕਾਲ ਕੀਤੀ ਗਈ ਤੇ ਉਹ ਲੋਕ ਜੋ ਰਾਸ਼ਟਰੀ ਗਾਨ ਦੇ ਦੌਰਾਨ ਖੜੇ ਨਹੀਂ ਹੋਏ ਸੀ, ਉਹਨਾਂ ਦੇ ਖਿਲਾਫ ਪੁਲਿਸ ਕੇਸ ਫਾਈਲ ਕੀਤਾ ਗਿਆ, ਪਰ ਉਹਨਾਂ ਨੂੰ ਧਾਰਾ ਲਾ ਕੇ ਘਰ ਜਾਣ ਦਿੱਤਾ ਵਾ। ਦੂਜੀ ਸੇਮ ਘਟਨਾ ਚੇਨਈ ਤੋਂ ਵੀ ਇਦਾਂ ਦੀ ਸੁਣਨ ਨੂੰ ਆ ਰਹੀ ਹੈ, ਜਿੱਥੇ ਕਿ 2 ਗੁੱਟਾਂ ਵਿੱਚ ਸਿਰਫ ਰਾਸ਼ਟਰੀ ਗਾਨ ਦੇ ਦੌਰਾਨ, ਜਦੋਂ ਥੀਏਟਰ ਵਿੱਚ ਰਾਸ਼ਟਰੀ ਗਾਨ ਪਲੇ ਕੀਤਾ ਜਾ ਰਿਹਾ ਸੀ, ਉਹਨਾਂ ਨੇ ਖੜੇ ਨਹੀਂ ਹੋਏ ਤੇ ਉਹਦੇ ਕਾਰਨ ਗੱਲਬਾਤ ਕਹਾ ਸੁਣੀ ਹੋਈ। ਮਾਮਲਾ ਇੰਨਾ ਵੱਧ ਗਿਆ, ਫਿਰ ਤੋਂ ਕੁੱਟਮਾਰ ਤੇ ਗੱਲ ਆ ਗਈ। ਗੱਲਬਾਤ ਸ਼ੁਰੂ ਕਰਾਂਗੇ ਦਿਲਰਾਜ ਸਿੰਘ ਜੀ ਤੋਂ। ਦਿਲਰਾਜ ਸਿੰਘ ਜੀ, ਜਿੱਦਣ ਅਸੀਂ ਸੁਪਰੀਮ ਕੋਰਟ ਦਾ ਆਦੇਸ਼ ਆਇਆ ਸੀ, ਉਦੋਂ ਡਿਬੇਟ ਕੀਤੀ ਸੀ ਤੇ ਜੋ ਆਪਣੇ ਸਾਥੀ ਇਸ ਸੁਪਰੀਮ ਕੋਰਟ ਦੇ ਆਦੇਸ਼ ਤੇ ਹੱਕ ਨਹੀਂ ਸੀ, ਉਹਨਾਂ ਵੱਲੋਂ ਇਹ ਗੱਲ ਰੱਖੀ ਗਈ ਸੀ ਕਿ ਕਿਤੇ ਨਾ ਕਿਤੇ ਦੇਸ਼ ਭਗਤੀ ਦੀ ਭਾਵਨਾ ਨਹੀਂ, ਆਪਸ ਵਿੱਚ ਨਫ਼ਰਤ ਦੀ ਭਾਵਨਾ ਇਹਦੇ ਨਾਲ ਵੱਧ ਸਕਦੀ ਆ। ਕੁੱਟਮਾਰ ਵਾਲੇ ਜੋ ਉਦੋਂ ਐਗਜ਼ਾਮਪਲ ਦਿੱਤੇ ਸੀ, ਉਦਾਂ ਦੀਆਂ ਹੀ ਖਬਰਾਂ ਅੱਜ ਇੱਕ ਵਾਰ ਫਿਰ ਤੋਂ ਕੇਰਲਾ ਅਤੇ ਤਮਿਲਨਾਡੂ ਤੋਂ ਆ ਰਿਹਾ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੂੰਗਾ, ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰਾਂਗੇ। ਓਪਨ ਡਿਬੇਟ। ਜੇ ਆਪਾਂ ਇੱਕ ਚੀਜ਼ ਦੇਖੀਏ, ਕੁੱਟਮਾਰ ਵਾਲੀ ਭਾਵਨਾ ਵਧਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਕਈ ਜਗ੍ਹਾ ਏਦਾਂ ਦੇ ਲੋਕ ਹੁੰਦੇ ਆ ਜਿਹੜੇ ਸ਼ਰਾਰਤੀ ਲੋਕ ਹੁੰਦੇ ਆ। ਜੇ ਜਦੋਂ ਥੀਏਟਰ 'ਚ ਅੰਦਰ ਜਾਣਾ, ਉੱਥੇ ਲਾਈਨ ਦੇ ਵਿੱਚ 3 4 5 6 10 ਮਿੰਟ ਖੜੇ ਹੋ ਜਾਣਗੇ ਜਦੋਂ ਲਾਈਨ ਲੱਗੀ ਹੋਵੇ। ਅੱਜ ATM ਦੇ ਬਾਹਰ ਲਾਈਨ ਲੱਗਦੀ ਹੈ, ਉੱਥੇ ਖੜੇ ਹੋ ਜਾਣਗੇ ਤੇ ਅੰਦਰ 52 ਮਿੰਟ ਤਿਰੰਗੇ ਦੀ ਰਿਸਪੈਕਟ ਲਈ ਖੜੇ ਹੋਣਾ, ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਡੀਲ ਹੈਗੀ ਹੈ। ਇਹ ਲੋਕਾਂ ਦੀ ਸ਼ਰੇਆਮ ਬਿਲਕੁਲ ਸ਼ਰਾਰਤੀ ਲੋਕ ਹੋਣਗੇ ਜਾਂ ਆਪੋਜੀਸ਼ਨ ਦੇ ਲੋਕ ਹੋਣਗੇ ਜਾਂ ਏਦਾਂ ਦਾ ਪਹਿਲੇ ਤੋਂ ਕਹਿੰਦੇ ਹੋਣਗੇ ਕਿ ਕੁਛ ਨਾ ਕੁਛ ਏਦਾਂ ਦਾ ਹੋਵੇ।
ਦੂਜੀ ਗਲਤੀ ਉਹ ਲੋਕਾਂ ਦੀ ਜਿਨ੍ਹਾਂ ਨੇ ਉਹਨਾਂ ਨੂੰ ਕੁੱਟਿਆ, ਜਿਨ੍ਹਾਂ ਨੇ ਮਾਰਿਆ, ਉਹਨਾਂ ਨੂੰ ਵੀ ਜ਼ਬਰਦਸਤੀ ਕਿਸੇ ਤੇ ਨਹੀਂ ਕਰਨੀ ਚਾਹੀਦੀ। ਹਰ ਬੰਦੇ ਦਾ ਆਪਣਾ ਆਪਣਾ ਅਧਿਕਾਰ ਹੈ, ਹਰ ਬੰਦੇ ਨੂੰ ਆਪਣਾ ਹੱਕ ਹੈ ਜਿਹੜਾ ਤਿਰੰਗੇ ਦੀ ਰਿਸਪੈਕਟ ਹਮੇਸ਼ਾ ਮਨ 'ਚ ਹੋਏਗੀ। ਦੇਸ਼ ਦੀ ਰਿਸਪੈਕਟ, ਦੇਸ਼ ਭਗਤੀ ਹਮੇਸ਼ਾ ਮਨ 'ਚ ਹੋਏਗੀ। ਜ਼ਬਰਦਸਤੀ ਤੁਸੀਂ ਕਿਸੇ ਨੂੰ ਤਿਰੰਗੇ ਦੀ ਰਿਸਪੈਕਟ ਨਹੀਂ ਕਰਾ ਸਕਦੇ, ਜ਼ਬਰਦਸਤੀ ਤੁਸੀਂ ਕਿਸੇ ਨੂੰ ਵੀ ਦੇਸ਼ ਦੀ ਰਿਸਪੈਕਟ ਨਹੀਂ ਕਰਵਾ ਸਕਦੇ। ਹਰ ਚੀਜ਼, ਹਰ ਬੰਦੇ ਨੂੰ ਆਪਣਾ ਅਧਿਕਾਰ ਹੈ, ਜਿਹੜਾ ਨਹੀਂ ਖੜੇ ਹੁੰਦਾ ਉਹਨੂੰ ਨਾ ਖੜੇ ਹੋਣ ਦਿੱਤਾ ਜਾਵੇ। ਪਰ ਇੱਥੇ ਹੁਣ ਕੀ ਸਿਚੁਏਸ਼ਨ ਸੀ, ਕਿਉਂ ਏਦਾਂ ਦੀ ਸਿਚੁਏਸ਼ਨ ਬਣ ਗਈ, ਜਾਂ ਕੀ ਜਾਣ ਬੁੱਝ ਕੇ ਉਕਸਾਏ ਗਏ, ਜਾਂ ਜਿਹੜੇ ਬੰਦੇ ਬੈਠੇ ਰਹੇ ਉਹਨਾਂ ਨੂੰ ਕਿਹਨੇ ਕਿਹਾ ਸੀ ਕਿ ਤੁਸੀਂ ਬੈਠੇ ਰਹੀਏ, ਤੁਸੀਂ ਖੜੇ ਨਹੀਂ ਹੋਣਾ? ਨਹੀਂ ਤਾਂ 2 ਸੈਕਿੰਡ ਕੋਈ ਬਹੁਤ ਵੱਡੀ ਚੀਜ਼ ਨਹੀਂ ਹੁੰਦੀ ਖੜੇ ਹੋਣਾ। 1 ਮਿੰਟ 1 ਸੈਕਿੰਡ ਮਤਲਬ ਇੱਕ ਝੱਟ ਨਿਕਲ ਜਾਂਦਾ ਵਾ। ਮੈਨੂੰ ਲੱਗਦਾ ਕਿ ਇਹ ਪੂਰਾ ਪਲਾਨ ਤਰੀਕੇ ਦੇ ਨਾਲ ਆਪੋਜੀਸ਼ਨ ਪਾਰਟੀ ਜਿਹੜੇ 8-9 ਬੰਦੇ, ਇੱਕ ਅੱਧਾ ਕੋਈ ਨਹੀਂ ਖੜੇ ਹੁੰਦਾ ਵੀ ਸਮਝ ਆਉਂਦੀ ਹੈ। ਜਦੋਂ 9 ਬੰਦੇ ਇਕੱਠੇ ਇੱਕੋ ਥੀਏਟਰ ਵਿੱਚ ਖੜੇ ਨਹੀਂ ਹੁੰਦੇ ਤੇ ਡੈਫੀਨੇਟਲੀ ਉਹ ਪ੍ਰੀ ਪਲਾਨ ਹੀ ਹੁੰਦਾ ਵਾ, ਜਾਣ ਬੁੱਝ ਕੇ ਕੀਤਾ ਗਿਆ। ਫਿਰ ਥੈਂਕ ਯੂ ਦਿਲਰਾਜ ਸਿੰਘ ਜੀ। ਦਿਲਰਾਜ ਸਿੰਘ ਜੀ, ਤੁਸੀਂ ਗੱਲਾਂ 'ਚ ਇੱਕ ਬੜੀ ਸੋਹਣੀ ਗੱਲ ਕਹਿਤੀ ਕਿ ਜ਼ਬਰਦਸਤੀ ਤੁਸੀਂ ਦੇਸ਼ ਭਗਤੀ ਦੀ ਭਾਵਨਾ ਉਹ 'ਚ ਨਹੀਂ ਉਜਾਗਰ ਕਰ ਸਕਦੇ। ਜ਼ਬਰਦਸਤੀ ਜੇ ਕਿਸੇ ਨੂੰ ਖੜੇ ਵੀ ਕਰੋਗੇ ਤੇ ਸ਼ਾਇਦ ਉਹਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਨਾ ਆਵੇ। ਪਰ ਇਹੀ ਸਵਾਲ ਤੋਂ ਮੈਂ ਸ਼ੁਰੂ ਕਰੂੰਗਾ ਆਪਣੇ ਸਾਰੇ ਪੈਨਲਿਸਟ ਨੂੰ, ਤੋਂ ਚਾਹੂੰਗਾ ਤੇ ਜ਼ਰੂਰ ਵਿਚਾਰ ਦੇਣ ਕਿ ਜੋ ਸੁਪਰੀਮ ਕੋਰਟ ਦਾ ਆਦੇਸ਼ ਆ ਉਹ ਜ਼ਬਰਦਸਤੀ ਆ, ਜਾਂ ਫਿਰ ਜੋ ਇਹ ਲੋਕਾਂ ਨੂੰ ਥੀਏਟਰ ਵਿੱਚ ਖੜੇ ਹੋਣ ਵਾਸਤੇ ਕਿਹਾ ਜਾ ਰਿਹਾ ਸੀ ਤੇ ਜੇ ਖੜੇ ਨਹੀਂ ਹੋਏ ਕੁੱਟਮਾਰ ਕੀਤੀ ਗਈ। ਜ਼ਬਰਦਸਤੀ ਕੌਣ ਕਰ ਰਿਹਾ ਹੈ ਤੇ ਕਿੱਥੇ ਕਰ ਰਿਹਾ ਤੇ ਕੌਣ ਇੱਥੇ ਗਲਤ ਆ? ਹਰਪ੍ਰੀਤ ਜੀ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਕੋਰਟਸ ਹੁੰਦੇ ਨੇ ਉਹਨਾਂ ਤੋਂ ਇਹ ਤਵੱਕੋ ਹੁੰਦੀ ਹੈ ਕਿ ਉਹ ਲੋਕਾਂ ਦੀ ਆਪਣੀ ਜਿਹੜੀ ਸ਼ਖਸੀ ਆਜ਼ਾਦੀ ਹੈ ਔਰ ਉਹਨਾਂ ਦੀ ਸ਼ਖਸੀ ਸੋਚ ਹੈ ਉਹ ਆਪਣੇ ਤਰੀਕੇ ਦੇ ਨਾਲ ਉਹਦੇ ਹਿਸਾਬ ਨਾਲ। ਅਜੀਤ ਜੀ, ਇੱਕ ਵਾਰੀ ਟੋਕਣਾ ਚਾਹੂੰਗਾ, ਤੁਹਾਡੀ ਆਵਾਜ਼ ਪ੍ਰੋਬਲਮ ਆ ਰਹੀ ਆ। ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਤੁਹਾਡੀ ਆਵਾਜ਼ ਚੈੱਕ ਕਰ ਲੈਣ। ਮੀਨਵਾਈਲ ਜੇ ਕੋਈ ਵੀ ਹੋਰ ਕਮੈਂਟ ਕਰਨਾ ਚਾਹੇ, ਓਪਨ ਡਿਬੇਟ, ਸੇਮ ਕੁਐਸਚਨ ਜੀ। ਬਿਲਕੁਲ ਹਰਪ੍ਰੀਤ ਜੀ, ਦੇਖੋ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਆਇਆ ਸੀ ਉਹ ਫੈਸਲੇ ਨੂੰ ਅਸੀਂ ਵੈਲਕਮ ਕਰਦੇ ਹਾਂ, ਕਿਉਂਕਿ ਜਿਸ ਦੇਸ਼ ਦੇ ਵਿੱਚ, ਜਿਸ ਕੰਟਰੀ ਦੇ ਵਿੱਚ ਅਸੀਂ ਉਸ ਦੇ ਨਾਗਰਿਕ ਰਹਿੰਦੇ ਨੇ, ਜਿਨ੍ਹਾਂ ਨੂੰ ਉਹਨਾਂ ਦੀ ਸਿਟੀਜ਼ਨਸ਼ਿਪ ਹੁੰਦੀ ਹੈ, ਉਹਨਾਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਹੋਣੀ ਜ਼ਰੂਰੀ ਹੋ ਜਾਂਦੀ ਹੈ। ਲੇਕਿਨ ਅਸੀਂ ਇੱਥੇ ਇੱਕ ਅਗਰ ਦੂਜਾ ਮੁੱਦਾ ਦੇਖੀਏ ਕਿ ਥੀਏਟਰ ਦੇ ਵਿੱਚ ਜਦੋਂ ਕੋਈ ਬੰਦਾ ਜਾਂਦਾ ਹੈ, ਪਿਕਚਰ ਦੇਖਣ ਜਾਂਦਾ ਹੈ, ਉਸ ਦਾ ਜਿਹੜਾ ਮੂਡ ਹੁੰਦਾ ਹੈ ਜਾਂ ਉਸ ਦਾ ਜਿਹੜੇ ਫੀਲਿੰਗਸ ਹੁੰਦੀਆਂ ਉਸ ਫਿਲਮ ਨਾਲ ਰਿਲੇਟਡ ਹੁੰਦੀਆਂ, ਜਾਂ ਇੰਜੋਇਮੈਂਟ ਜਾਂ ਇੱਕ ਐਦਾਂ ਦੀ ਸਿਚੁਏਸ਼ਨ ਉਸ ਦੇ ਮਾਈਂਡ ਦੇ ਵਿੱਚ ਹੁੰਦੀ ਹੈ ਕਿ ਉਸ ਨੂੰ ਉੱਥੇ ਇੰਜੋਏ ਕਰਨ ਜਾਂਦਾ ਹੈ। ਲੇਕਿਨ ਅਸੀਂ ਬਹੁਤ ਵਧੀਆ, ਕਿਉਂਕਿ ਅੱਜ ਕੱਲ੍ਹ ਥੀਏਟਰ ਦੇ ਵਿੱਚ ਜਿਹੜੇ ਵੀ ਜ਼ਿਆਦਾਤਰ ਸ਼ਮੂਲੀਅਤ ਹੁੰਦੀ ਹੈ ਉਹ ਯੂਥ ਦੀ ਹੁੰਦੀ ਹੈ। ਔਰ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਸੀ ਤਾਂ ਉੱਥੇ ਇਹ ਵੀ ਕਲੀਅਰ ਕੱਟ ਮੈਂਸ਼ਨ ਸੀਗਾ ਕਿ ਉੱਥੇ ਅਗਰ ਜਨ ਗਣ ਮਨ ਜਾਂ ਰਾਸ਼ਟਰੀ ਗਾਨ ਚਲਾਇਆ ਜਾਂਦਾ ਹੈ ਤਾਂ ਯੂਥ ਦੇ ਵਿੱਚ ਏਦਾਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਅਸੀਂ ਕ੍ਰੀਏਟ ਕਰ ਸਕਦੇ, ਉਜਾਗਰ ਕਰ ਸਕਦੇ ਹਾਂ। ਪਰ ਜਿਹੜੀ ਇਹ ਇਨਸੀਡੈਂਟ ਦੀ ਗੱਲ ਤੁਸੀਂ ਕਰ ਰਹੇ ਹੋ, ਇਹ ਬਹੁਤ ਹੀ ਗਲਤ ਇਨਸੀਡੈਂਟ ਹੈ। ਬਿਲਕੁਲ ਮੈਂ ਐਗਰੀ ਕਰਦਾ ਕਿ ਇਹ ਕੁਝ ਸ਼ਰਾਰਤੀ ਅੰਸਰ ਹੁੰਦੇ ਆ ਜਿਹੜੇ ਕਿ ਐਵੇਂ ਕਿਸੇ ਮੁੱਦੇ ਨੂੰ ਲੈ ਕੇ ਉੱਥੇ ਕੁਝ ਨਾ ਕੁਝ ਪੈਨਿਕ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਦੇਖੋ, ਇਹ ਤਾਂ ਇੱਕ ਰਾਸ਼ਟਰੀ ਗਾਨ ਦਾ ਅਪਮਾਨ ਕਹਿ ਸਕਦਾ ਮੈਂ, ਲੇਕਿਨ ਕਈ ਵਾਰ ਤੁਸੀਂ ਏਦਾਂ ਦੀ ਸਿਚੁਏਸ਼ਨ ਵੀ ਦੇਖਦੇ ਹੋ ਜਦੋਂ ਕਿ ਬਹੁਤ ਸੀਰੀਅਸ ਸੀਨ ਚੱਲ ਰਿਹਾ ਹੁੰਦਾ ਔਰ ਕੋਈ ਕਾਮੇਡੀ ਕਮੈਂਟ ਕਰਕੇ ਉਹ ਪੂਰੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਸੋ ਇਹ ਕਿਤੇ ਨਾ ਕਿਤੇ ਸਿਰਫ ਸ਼ਰਾਰਤੀ ਅੰਸਰਾਂ ਦੀ ਗੱਲਬਾਤ ਹੋਈ ਉੱਥੇ। ਲੇਕਿਨ ਉਸ ਤੋਂ ਬਾਅਦ ਜਦੋਂ ਬਾਕੀ ਆਡੀਅנס ਨੇ ਵੀ ਏਦਾਂ ਦਾ ਸਟੈਪ ਚੱਕਿਆ ਕਿ ਧੱਕੇ ਨਾਲ ਉਹਨਾਂ ਨੂੰ ਕੁੱਟਮਾਰ ਕੀਤੀ ਔਰ ਦੇਸ਼ ਭਗਤੀ ਦੀ ਭਾਵਨਾ ਭਰਨ ਦੀ ਕੋਸ਼ਿਸ਼ ਕੀਤੀ ਗਈ, ਇਹ ਵੀ ਬਹੁਤ ਗਲਤ ਹੈ, ਕਿਉਂਕਿ ਧੱਕੇ ਨਾਲ ਤੁਸੀਂ ਕਿਸੇ ਨੂੰ ਦੇਸ਼ ਭਗਤ ਨਹੀਂ ਬਣਾ ਸਕਦੇ। ਇਹ ਅੰਦਰੂਨੀ ਭਾਵਨਾ ਜਦੋਂ ਤੱਕ ਨਹੀਂ ਜਾਗਦੀ ਉਦੋਂ ਤੱਕ ਕੋਈ ਵੀ ਰਾਸ਼ਟਰੀ ਗਾਨ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਤੁਹਾਡੇ ਦੇਸ਼ ਭਗਤੀ ਦੇ ਮਸਲੇ ਹਨ ਉਹਦੇ ਉੱਪਰ ਸ਼ਮੂਲੀਅਤ ਨਹੀਂ ਕਰਨਗੇ। ਦੇਖੋ, ਅਸੀਂ ਕਹੀਏ ਕਿ ਅਸੀਂ ਇਦਾਂ ਦਾ ਸਟੈਪ ਪਹਿਲਾਂ ਵੀ ਚੱਕਿਆ ਗਿਆ ਸੀ ਔਰ ਦੁਬਾਰਾ ਸੁਪਰੀਮ ਕੋਰਟ ਨੇ ਇੰਪਲੀਮੈਂਟ ਕੀਤਾ ਹੈ, ਉਹ ਬਹੁਤ ਹੀ ਵਧੀਆ ਹੈ। ਕਿਉਂਕਿ ਜਦੋਂ ਵੀ ਕੋਈ ਫਿਲਮ ਦੀ ਸਟਾਰਟਿੰਗ ਹੁੰਦੀ ਹੈ ਉੱਥੇ ਰਾਸ਼ਟਰੀ ਗਾਨ ਨੂੰ ਜੇ ਤੁਸੀਂ 50 ਸਕਿੰਟ ਵੀ ਦੇ ਦਿੰਦੇ ਹੋ ਤਾਂ ਕੋਈ ਜ਼ਿਆਦਾ ਨਹੀਂ ਹੁੰਦਾ, 3 ਘੰਟੇ ਫਿਲਮ ਦੇ ਵਿੱਚ ਵੀ ਤਾਂ ਬੈਠਦੇ ਹੋ। ਸੋ ਇਸ ਚੀਜ਼ ਨੂੰ ਇੰਪਲੀਮੈਂਟ ਕਰਨਾ ਵਧੀਆ ਹੈ, ਲੇਕਿਨ ਕਿਸੇ ਤੇ ਥੋਪਣਾ ਉਹ ਵੀ ਗਲਤ ਹੈ। ਤੁਸੀਂ ਮੇਰੇ ਸਵਾਲ ਦਾ ਸ਼ਾਇਦ ਜਵਾਬ ਦੇਣਾ ਭੁੱਲ ਗਏ। ਥੋਪ ਕੌਣ ਰਿਹਾ? ਥੋਪ ਸੁਪਰੀਮ ਕੋਰਟ ਰਿਹਾ ਜਾਂ ਉਹ ਲੋਕ ਜੋ ਜ਼ਬਰਦਸਤੀ ਕਰ ਰਹੇ ਸੀ? ਐਨੀਵੇ ਮੈਂ ਅਜੀਤ ਜੀ ਜਾਂ ਸਬਦੀਸ਼ ਜੀ ਤੇ ਜਾਂ ਦਿਲਰਾਜ ਜੀ ਜੇ ਤੁਸੀਂ ਕਮੈਂਟ ਕਰਨਾ ਚਾਹੋ। ਸਰ, ਜੇ ਤੁਸੀਂ ਸੁਪਰੀਮ ਕੋਰਟ ਨੂੰ ਬਾਰ-ਬਾਰ ਦੋਸ਼ੀ ਠਹਿਰਾਉਂਦੇ ਪਏ ਹੋ ਕਿ ਸੁਪਰੀਮ ਕੋਰਟ ਰੋਕਦਾ,
ਪਤਾ ਪਿਆ। ਹੋ ਸਕਦਾ ਉਹ 9 ਬੰਦਿਆਂ ਤੇ ਵੀ ਕੋਈ ਜ਼ਬਰਦਸਤੀ ਕਹਿੰਦਾ ਹੋਵੇ, ਜਾਂ ਉਹ 9 ਬੰਦਿਆਂ ਨੂੰ ਵੀ ਕਿਸੇ ਨੇ ਹੋਣ, ਜਾਂ ਉਹ 9 ਬੰਦਿਆਂ ਨੂੰ ਵੀ ਕਿਸੇ ਨੇ ਇਨਫਲੂਐਂਸ ਕੀਤਾ ਹੋਵੇ। ਮੈਨੂੰ ਲੱਗਦਾ ਸੁਪਰੀਮ ਕੋਰਟ ਦਾ ਫੈਸਲਾ ਬਿਲਕੁਲ ਸਹੀ ਹੈ। ਜਦੋਂ ਵੀ ਰਾਸ਼ਟਰਗਾਨ ਕਿਤੇ ਹੁੰਦਾ ਵਾ, ਕਿਤੇ ਗਾਇਆ ਜਾਂਦਾ, ਕਿਤੇ ਸੁਣਿਆ ਜਾਂਦਾ, 1 ਜਾਂ 2% ਉਹਦੇ ਤੇ ਇਫੈਕਟ ਡੈਫੀਨੇਟਲੀ ਪੈਂਦਾ ਹੀ ਪੈਂਦਾ। ਅੱਜ ਥੀਏਟਰਾਂ ਦੇ ਵਿੱਚ ਜਦੋਂ ਮੂਵੀਆਂ ਚੱਲਦੀਆਂ ਵਾ, ਜਾਂ ਮੂਵੀ ਚੱਲਣ ਤੋਂ ਪਹਿਲੇ ਤੰਬਾਕੂ ਨੂੰ ਲੈ ਕੇ ਜਾਂ ਸਿਗਰਟ ਨੂੰ ਲੈ ਕੇ ਜਾਨਲੇਵਾ ਹੈ, ਜਾਨਲੇਵਾ ਹੈ, ਕੈਂਸਰ ਪੈਦਾ ਕਰਦਾ, ਹਰ ਮੂਵੀ ਤੋਂ ਪਹਿਲੇ ਜਾਂ ਬਾਅਦ ਚ ਚੱਲਦਾ ਵਾ, ਇੰਟਰਮਿਸ਼ਨ ਤੇ ਚੱਲਦਾ ਵਾ। ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਉਸ ਚੀਜ਼ ਦਾ ਇਫੈਕਟ ਹੁੰਦਾ ਹੀ ਹੁੰਦਾ ਵਾ, ਪੈਂਦਾ ਹੀ ਪੈਂਦਾ। ਓਦਾਂ ਹੀ ਸੇਮ ਜੇ ਸੁਪਰੀਮ ਕੋਰਟ ਦਾ ਇਹ ਆਦੇਸ਼ ਆ ਗਿਆ ਕਿ ਯੂਥ ਦੇ ਵਿੱਚ ਦੇਸ਼ ਭਗਤੀ ਭਾਵਨਾ ਨੂੰ ਪੈਦਾ ਕਰੋ, ਮੈਨੂੰ ਪਰਸਨਲ ਤੌਰ ਤੇ ਲੱਗਦਾ ਜਦੋਂ ਵੀ ਰਾਸ਼ਟਰਗਾਨ ਚੱਲਦਾ ਵਾ ਉਦੋਂ ਕੁਝ ਹੱਦ ਤੱਕ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ, ਤੇ ਉਹਦੇ ਵਿੱਚ ਕੋਈ ਹਰਜ ਵੀ ਨਹੀਂ ਜੇ ਚੱਲ ਪਵੇ। ਡੈਫੀਨੇਟਲੀ ਇਹ ਜੋ ਕੁਝ ਵੀ ਕੀਤਾ ਗਿਆ ਕਿਤੇ ਨਾ ਕਿਤੇ ਸ਼ਰਾਰਤ ਦੇ ਵਜੋਂ ਕੀਤਾ ਗਿਆ। ਜਦੋਂ 9-10 ਇਕੱਠੇ ਬੰਦੇ ਜਾਣ ਬੁੱਝ ਕੇ ਖੜੇ ਨਹੀਂ ਹੁੰਦੇ, ਉਦੋਂ ਕਿਤੇ ਨਾ ਕਿਤੇ ਸ਼ਰਾਰਤ ਦੀ ਉਹਦੇ ਵਿੱਚ ਸਮੈਲ ਆਉਂਦੀ ਹੈ। ਦਿਲਰਾਜ ਸਿੰਘ ਜੀ, ਉਹ 9-10 ਬੰਦਿਆਂ ਨੂੰ ਸ਼ਰਾਰਤੀ ਕਹਿ ਰਹੇ ਨੇ ਜਿਨ੍ਹਾਂ ਨੂੰ ਕੁੱਟਿਆ ਗਿਆ ਵਾ। ਸਬਦੀਸ਼ ਜੀ, ਤੁਹਾਡੇ ਵਿਚਾਰ ਵੀ ਜ਼ਰੂਰ ਜਾਨਣਾ ਚਾਹੂੰਗਾ। ਪਰ ਗੱਲ ਵਿਕਟਮ ਬਣ ਕੇ ਇਹ ਨਹੀਂ ਕਹਿ ਸਕਦਾ ਕਿ ਉਹ ਮਹਾਨ ਦੇਸ਼ ਭਗਤ ਹੋ ਗਏ। ਜੇ ਉਹਨਾਂ ਨੂੰ ਕੁੱਟਿਆ ਗਿਆ ਤਾਂ ਦੇਸ਼ ਭਗਤ ਉਹ ਵੀ ਨਹੀਂ ਬਣਦੇ ਹੈਗੇ। ਕਿਤੇ ਜੇ ਬਾਹਰ ਲਾਈਨਾਂ ਦੇ ਵਿੱਚ ਦੇਸ਼ ਭਗਤੀ ਦੀ ਗੱਲ ਹੀ ਨਹੀਂ ਕੀਤੀ, ਮੈਂ ਤੇ ਦੇਸ਼ ਭਗਤੀ ਦੀ ਗੱਲ ਹੀ ਨਹੀਂ ਕੀਤੀ ਇਸ ਤੱਕ। ਦਿਲਰਾਜ ਸਿੰਘ ਜੀ, ਆਫਤ ਆ ਗਈ ਸੀ। ਦਿਲਰਾਜ ਸਿੰਘ ਜੀ, ਮੈਂ ਤੇ ਇਸ ਤੱਕ ਦੇਸ਼ ਭਗਤੀ ਦੀ ਗੱਲ ਹੀ ਨਹੀਂ ਕੀਤੀ। ਮੈਂ ਤਾਂ ਤੁਹਾਡੀ ਗੱਲ ਨੂੰ ਤੁਸੀਂ ਜੋ ਕਹਿ ਰਹੇ ਸੀ ਸ਼ੋ ਕਰਦੇ ਪਏ ਨਾ, ਜਿਨ੍ਹਾਂ ਨੂੰ ਕੁੱਟਿਆ ਗਿਆ ਸੀ ਉਹਨਾਂ ਨੂੰ ਸ਼ਰਾਰਤੀ ਕਹਿ ਰਹੇ ਆ, ਤੁਸੀਂ ਉਹਨਾਂ ਨੂੰ ਐਜ਼ ਅ ਵਿਕਟਮ ਸ਼ੋ ਕਰਦੇ ਪਏ ਹੋ। ਵਿਕਟਮ ਉਹ ਕਦੀ ਵੀ ਨਹੀਂ ਸੀਗੇ। ਮੈਨੂੰ ਲੱਗਦਾ ਕਿ ਜਾਣ ਬੁੱਝ ਕੇ ਉਹਨਾਂ ਨੇ ਪ੍ਰੀ ਪਲਾਨ ਤਰੀਕੇ ਨਾਲ ਸਾਰਾ ਕੁਝ ਕੀਤਾ ਵਾ। ਓਕੇ, ਤੁਸੀਂ ਕਹਿ ਰਹੇ ਜੋ ਵਿਕਟਮ ਵੀ ਨਹੀਂ ਸੇ। ਸਬਦੀਸ਼ ਜੀ। ਹਰਪ੍ਰੀਤ ਜੀ, ਮੈਂ ਇਹ ਸਮਝਦਾ ਕਿ ਦੇਸ਼ ਭਗਤੀ ਕੋਈ ਆਪੋਜੀਸ਼ਨ ਦਾ ਜਾਂ ਸੱਤਾਧਾਰੀ ਧਿਰ ਦਾ ਮਾਮਲਾ ਨਹੀਂ ਹੈ। ਦੇਸ਼ ਭਗਤੀ ਸੱਤਾਧਾਰੀ ਲੋਕਾਂ 'ਚ ਵੀ ਹੋ ਸਕਦੀ ਹੈ, ਦੇਸ਼ ਭਗਤੀ ਆਪੋਜੀਸ਼ਨ ਦੇ ਲੋਕਾਂ ਦੇ ਵਿੱਚ ਵੀ ਹੋ ਸਕਦੀ ਹੈ। ਦੇਸ਼ ਭਗਤੀ ਦੇ ਨਾਂ ਦੇ ਉੱਤੇ ਗੁੰਡਾਗਰਦੀ ਦੇ ਖਿਲਾਫ ਵਿਰੋਧੀ ਧਿਰ ਦੇ ਲੋਕ ਵੀ ਹੋ ਸਕਦੇ ਆ। ਦੇਸ਼ ਭਗਤੀ ਦੇ ਮੁੱਦੇ ਦੇ ਉੱਤੇ ਗੁੰਡਾਗਰਦੀ ਦੇ ਖਿਲਾਫ ਸੱਤਾਧਾਰੀ ਧਿਰ ਤੋਂ ਵੀ ਆਵਾਜ਼ਾਂ ਉੱਠ ਸਕਦੀਆਂ। ਇਹ ਇਸ ਚੀਜ਼ ਨੂੰ ਇਸ ਤਰ੍ਹਾਂ ਨਾਲ ਨਖੇੜ ਕੇ ਪੇਸ਼ ਕਰਨਾ ਕਿ ਉਹ ਕਿਸੇ ਆਪੋਜੀਸ਼ਨ ਦੀ ਗੱਲ ਹੋਊਗੀ, ਜਿਹੜੇ ਲੋਕ ਆਏ ਹੋਣਗੇ, ਖੜੇ ਹੋਏ ਹੋਣਗੇ, ਉਹਨਾਂ ਨੂੰ ਕਿਸੇ ਦੀ ਆਪੋਜੀਸ਼ਨ ਦੀ ਸ਼ੈ ਹੋਊਗੀ। ਮੇਰਾ ਖਿਆਲ ਇਸ ਤਰੀਕੇ ਤੱਕ ਪਹੁੰਚ ਜਾਣਾ ਸ਼ਾਇਦ ਅਸੀਂ ਬਹੁਤ ਹੀ ਗਲਤ ਤਰੀਕੇ ਉੱਤੇ ਪਹੁੰਚ ਜਾਵਾਂਗੇ, ਕਿਉਂਕਿ ਕੋਈ ਵੀ ਆਪੋਜੀਸ਼ਨ ਪਾਰਟੀ ਦੇ ਸਾਹਮਣੇ ਨਹੀਂ ਆਈ ਜਿਹਨੇ ਇਹ ਮਤਲਬ ਸਬਦੀਸ਼ ਜੀ ਸਿਰਫ ਪੋਲੀਟੀਸ਼ੀਅਨ ਦੀ ਤੁਸੀਂ ਬੋਲ ਰਹੇ ਸੀ ਉਦੋਂ ਤੁਹਾਨੂੰ ਕਿਹਨੇ ਟੋਕਿਆ, ਲੇਕਿਨ ਫਿਨਿਸ਼ ਫਿਰ ਮੈਨੀਪੂਲੇਟ ਕਰਿਆ ਕਰੋ ਤੁਸੀਂ ਸ਼ਬਦ। ਹਾਂਜੀ, ਹੁਣ ਉਹ ਗੱਲ ਪੂਰੀ ਕਰ ਲੈਣ ਦਿਲਰਾਜ ਜੀ ਪਲੀਜ਼। ਹਾਂਜੀ ਸਬਦੀਸ਼ ਜੀ ਪਲੀਜ਼ ਆਪਣੀ ਗੱਲ ਪੂਰੀ ਕਰੋ। ਤੁਸੀਂ ਜ਼ਰੂਰ ਇਹ ਗੱਲ ਕਹੀ ਹੋਈ ਸੀ ਕਿ ਉਹਨਾਂ ਨੂੰ ਵਿਰੋਧੀ ਧਿਰ ਦੀ ਸ਼ੈ ਹੋਊਗੀ। ਤੁਸੀਂ ਇਹ ਸ਼ਬਦ ਵਰਤੇ ਹੋਏ। ਮੈਂ ਵਿਰੋਧੀ ਧਿਰ ਬਾਰੇ ਯੂਜ਼ ਨਹੀਂ ਕੀਤਾ, ਤੁਸੀਂ ਦੁਬਾਰਾ ਸੁਣਿਓ। ਮੈਂ ਤੁਸੀਂ ਸ਼ਬਦ ਦੱਸੋ ਕਿਹੜਾ ਵਰਤਿਆ, ਕਿੰਨਾ ਵੱਲੋਂ ਸ਼ਰਾਰਤ ਕੀਤੀ ਗਈ। ਮੈਂ ਉਸ ਤੋਂ ਬਾਅਦ ਮੈਨੂੰ ਜਸਟੀਫਾਈ ਕਰ ਲੈਂਦੇ ਹੋ ਨਾ ਸਰ, ਜੇ ਤੁਸੀਂ ਮੇਰੇ ਤੇ ਜਸਟੀਫਾਈ ਕਰ ਵਰਡ ਨਹੀਂ ਯੂਜ਼ ਕੀਤਾ। ਆਪੋਜੀਸ਼ਨ ਦਾ ਮੇਰੇ ਖਿਆਲ ਮਤਲਬ ਜੇ ਅਸੀਂ ਕੱਢੀਏ ਤੇ ਦਿਲਰਾਜ ਜੀ ਵਿਰੋਧੀ ਹੀ ਆ ਜਾਂਦਾ ਵਾ, ਵਿਰੋਧੀ ਧਾਰ ਹੀ ਆ ਜਾਂਦਾ ਵਾ। ਸਰ ਵਿਰੋਧੀ ਬਿਲਕੁਲ ਉਹ ਲੋਕ ਆਪੋਜੀਸ਼ਨ ਨੇ ਜਿਹੜੇ ਕਿਤੇ ਨਾ ਕਿਤੇ ਇਹ ਫੈਸਲੇ ਦਾ ਵਿਰੋਧ ਤਾਂ ਕਰਦੇ ਪਏ ਸੀਗੇ। ਆਪੋਜੀਸ਼ਨ ਦਾ ਮਤਲਬ ਸਿਰਫ ਦੋ ਪੋਲੀਟੀਕਲ ਪਾਰਟੀਆਂ ਦੀ ਸੱਤਾਧਾਰੀ ਤੇ ਆਪੋਜੀਸ਼ਨ ਨਹੀਂ ਹੁੰਦੀ, ਉਹ ਵੀ ਆਪੋਜੀਸ਼ਨ ਹੀ ਹੁੰਦੀ ਹੈ। ਜੇ ਹੁਣ ਮੈਂ ਅੱਜ ਤੁਹਾਡੇ ਆਪੋਜਿਟ ਬੈਠਾ ਵਾ ਤਾਂ ਉਹਨੂੰ ਆਪੋਜੀਸ਼ਨ ਹੀ ਕਿਹਾ ਜਾਏਗਾ। ਅਸੀਂ ਦੋਨੋਂ ਕਿਸੇ ਪੋਲੀਟੀਕਲ ਪਾਰਟੀ ਵਿੱਚ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਉਹ ਆਪੋਜੀਸ਼ਨ ਸੀਗਾ। ਸਬਦੀਸ਼ ਜੀ ਆਪਣੇ ਵਰਡ ਤੋਂ ਮੇਰੇ ਵਰਡ ਤੋਂ ਮੈਨੀਪੂਲੇਟ ਨਾ ਕਰੋ। ਜੀ ਇੱਕ ਮਿੰਟ ਸਬਦੀਸ਼ ਜੀ, ਤੁਸੀਂ ਵਿਰੋਧੀ ਧਾਰ ਨਾ ਕਹੋ, ਵਿਰੋਧੀ ਕਹਿ ਕੇ ਗੱਲ ਪੂਰੀ ਕਰ ਲਓ। ਚਲੋ ਨੋ ਪ੍ਰੋਬਲਮ। ਮੈਂ ਆਪੋਜੀਸ਼ਨ ਸ਼ਬਦ ਇਸਤੇਮਾਲ ਕਰਦਾ, ਮੈਂ ਆਪੋਜੀਸ਼ਨ ਪਾਰਟੀ ਵਿੱਚੋਂ ਮਿਸ ਕਰ ਦਿੰਦਾ, ਨੋ ਪ੍ਰੋਬਲਮ। ਮੈਂ ਸਿਰਫ ਇਹ ਵੀ ਕਹਿਣਾ ਕਿ ਆਪੋਜੀਸ਼ਨ ਕੀ ਇਸ ਗੱਲ ਦੇ ਉੱਤੇ ਕੀਤੀ ਜਾ ਸਕਦੀ ਹੈ। ਮੈਂ ਸੁਪਰੀਮ ਕੋਰਟ ਦੇ ਫੈਸਲੇ ਨਾਲ ਐਗਰੀ ਕਰਾਂ ਜਾਂ ਡਿਸਐਗਰੀ ਕਰਾਂ, ਜਾਂ ਮੈਂ 1986 ਦੇ ਫੈਸਲੇ ਦੇ ਆਧਾਰ ਦੇ ਉੱਤੇ ਟਿੱਪਣੀ ਕਰਾਂ ਕਿ 1986 ਚ ਜਦੋਂ ਸੁਪਰੀਮ ਕੋਰਟ ਇਹ ਕਹਿੰਦੀ ਸੀ ਕਿ ਖੜੇ ਹੋਣਾ ਹੀ ਕਾਫੀ ਹੈ, ਗੁਣਗੁਣਾਉਣਾ ਕੋਈ ਬਹੁਤ ਜ਼ਰੂਰੀ ਨਹੀਂ, ਨੈਸ਼ਨਲ ਐਂਥਮ ਨੂੰ ਨਾਲ ਦੀ ਨਾਲ ਗਾਉਣਾ ਕੋਈ ਜ਼ਰੂਰੀ ਨਹੀਂ, ਜਾਂ ਜੇ ਇਹ ਕਹਿੰਦੀ ਹੈ ਕਿ ਲਾਜ਼ਮੀ ਸ਼ਰਤ ਹੈ, ਉਦੋਂ ਇੱਕ ਕੋਈ ਲਾਜ਼ਮੀ ਸ਼ਰਤ ਉਦੋਂ ਵੀ ਨਹੀਂ ਸੀ ਕਹੀ ਗਈ। ਬਿਲਕੁਲ ਏਦਾਂ ਹੀ ਕਿਹਾ ਗਿਆ ਸੀ ਕਿ ਜੇ ਕੋਈ ਖੜਾ ਹੋ ਜਾਂਦਾ ਤੇ ਉਸਦੇ ਤੇ ਇਤਰਾਜ਼ ਪ੍ਰਗਟ ਨਾ ਕੀਤਾ ਜਾਵੇ, ਉਹਦੀ ਦੇਸ਼ ਭਗਤੀ ਦੇ ਉੱਤੇ ਸ਼ੱਕ ਨਾ ਕੀਤਾ ਜਾਵੇ। ਮੈਂ ਸਮਝਦਾ ਕਿ ਇਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਨਹੀਂ ਹੈ ਕਿ ਕੋਈ ਖੜਾ ਹੁੰਦਾ ਕਿ ਨਹੀਂ ਹੁੰਦਾ, ਕੋਈ ਨਾਲ ਦੀ ਨਾਲ ਉਸ ਗੀਤ ਨੂੰ ਗਾਉਂਦਾ ਕਿ ਨਹੀਂ ਗਾਉਂਦਾ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਦੇਸ਼ ਦੇ ਅੰਦਰ
ਜਿਹਦਾ ਕਰਕੇ ਲੋਕਾਂ ਨੂੰ ਹੁਕਮ ਦੇਣੇ ਪਏ। ਕੀ ਦੁਨੀਆ ਦੇ ਵਿੱਚ ਕਿਸੇ ਦੇਸ਼ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦੇਸ਼ ਭਗਤੀ ਪੈਦਾ ਹੋਈ ਕਿ ਦੁਨੀਆ ਦੀ ਸੁਪਰੀਮ ਕੋਰਟ ਦੇ ਵਿੱਚ ਹੁਕਮ ਦਿੱਤਾ ਗਿਆ ਹੋਵੇ ਤੇ ਲੋਕ ਦੇਸ਼ ਭਗਤ ਬਣ ਗਏ ਹੋਣ? ਸੁਪਰੀਮ ਕੋਰਟ ਨੇ ਕਿਸੇ ਸਵਾਲ ਦੇ ਉੱਤੇ ਵੱਖਰੀ ਰਾਏ ਰੱਖੀ ਹੋਵੇ ਤੇ ਲੋਕ ਦੇਸ਼ ਧਰੋਹੀ ਬਣ ਗਏ ਹੋਣ? ਐਦਾਂ ਦਾ ਕਦੇ ਨਹੀਂ ਸ਼ਾਇਦ ਵਾਪਰਿਆ। ਸੁਪਰੀਮ ਕੋਰਟ ਨੂੰ ਹੁਕਮ ਦੇਣ ਦੀ ਜ਼ਰੂਰਤ ਕਿਉਂ ਪਈ? ਇਹ ਆਪਣੇ ਆਪ ਦੇ ਵਿੱਚ ਇੱਕ ਅਹਿਮ ਮਾਮਲਾ। ਔਰ ਮੈਂ ਇਹ ਵੀ ਗੱਲ ਕਹਾਂਗਾ ਕਿ ਜਦੋਂ 1986 ਚ ਫੈਸਲਾ ਆਇਆ ਸੀ ਉਦੋਂ ਪੋਲੀਟੀਕਲ ਹਾਲਾਤ ਹੋਰ ਤਰ੍ਹਾਂ ਦੇ ਸੀ, ਇਸ ਤਰ੍ਹਾਂ ਫੈਸਲਾ ਹੋਰ ਕਿਸਮ ਦਾ ਆਇਆ ਸੀ। ਅੱਜ ਸੁਪਰੀਮ ਕੋਰਟ ਦਾ ਫੈਸਲਾ ਹੋਰ ਤਰ੍ਹਾਂ ਦਾ ਆਇਆ। ਮੈਨੂੰ ਨਹੀਂ ਹੁਣ ਪਤਾ ਕਿ ਜਿਨ੍ਹਾਂ ਜਾਣਿਆਂ ਦੀ ਕੁੱਟ ਕਟਾਪਾ ਕੀਤਾ ਗਿਆ ਨਾ ਖੜੇ ਹੋਣ ਤੋਂ ਕੇਸ ਉਹਨਾਂ ਦੇ ਖਿਲਾਫ ਦਰਜ ਕੀਤੇ ਗਏ ਨੇ ਕਿ ਜਿਨ੍ਹਾਂ ਨੇ ਕੁੱਟ ਕਟਾਪਾ ਕੀਤਾ ਕੇਸ ਉਹਨਾਂ ਦੇ ਵੀ ਖਿਲਾਫ ਦਰਜ ਕੀਤੇ ਗਏ ਨੇ। ਜੇ ਤਕਨੀਕੀ ਤੌਰ ਦੇ ਉੱਤੇ ਕਹਿਣਾ ਹੋਵੇ ਤੇ ਕੇਸ ਤਾਂ ਜਿਨ੍ਹਾਂ ਨੇ ਕੁੱਟ ਕਟਾਪਾ ਕੀਤਾ ਉਹਨਾਂ ਦੇ ਖਿਲਾਫ ਵੀ ਦਰਜ ਹੋਣੇ ਚਾਹੀਦੇ, ਪਰ ਮੈਨੂੰ ਨਹੀਂ ਪਤਾ, ਮੈਂ ਇਹਦੇ ਬਾਰੇ ਕਨਫਰਮ ਨਹੀਂ ਕਰ ਸਕਦਾ ਕਿ ਉਹਨਾਂ ਦੇ 30 ਦੇ 30 ਬੰਦਿਆਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਕਿ 9-10 ਨੂੰ ਛੱਡ ਕੇ 20 ਨੂੰ ਘਰ ਨੂੰ ਸੁੱਕਾ ਜਾਣ ਦਿੱਤਾ ਗਿਆ। ਇਹ ਵੀ ਇੱਕ ਸਾਡੇ ਸਾਹਮਣੇ ਸਵਾਲ ਹੋਏਗਾ। ਜੇ ਕੁੱਟਣ ਵਾਲਿਆਂ ਦੇ ਖਿਲਾਫ ਕੇਸ ਦਰਜ ਨਹੀਂ ਕੀਤੇ ਗਏ ਤਾਂ ਇਹਦਾ ਮਤਲਬ ਹੈ ਕਿ ਪੁਲਿਸ ਤੇ ਪ੍ਰਸ਼ਾਸਨ ਵੀ ਉਸ ਗੁੰਡਾਗਰਦੀ ਦੇ ਹੱਕ ਦੇ ਵਿੱਚ ਜਾ ਖੜਾ ਹੋਇਆ ਜਿਹੜੀ ਦੇਸ਼ ਭਗਤੀ ਦੇ ਨਾਂ ਤੇ ਕੀਤੀ ਜਾ ਰਹੀ ਹੈ, ਔਰ ਉਹਨਾਂ ਲੋਕਾਂ ਦੇ ਖਿਲਾਫ ਖੜਾ ਹੋਇਆ ਜਿਨ੍ਹਾਂ ਲੋਕਾਂ ਨੇ ਇਤਰਾਜ਼ ਕੀਤਾ। ਹਾਲੇ ਆਪਾਂ ਨੂੰ ਇਹ ਵੀ ਨਹੀਂ ਪਤਾ ਕਿ ਇਤਰਾਜ਼ ਕਰਨ ਵਾਲਿਆਂ ਨੇ ਕਿਸ ਲੌਜਿਕ ਦੇ ਤਹਿਤ ਇਤਰਾਜ਼ ਕੀਤਾ। ਹਰਪ੍ਰੀਤ ਜੀ, ਮੈਂ ਦਰਸ਼ਕਾਂ ਨੂੰ ਦੱਸਦਾ, ਥੋੜਾ ਜਿਹਾ ਮੈਂ ਦਰਸ਼ਕਾਂ ਨੂੰ ਜਾਣਕਾਰੀ ਦੇ ਦੇਣਾ ਚਾਹੁੰਦਾ ਕਿ ਜੋ 1986 ਦੇ ਫੈਸਲੇ ਦਾ ਜ਼ਿਕਰ ਕੀਤਾ ਸਬਦੀਸ਼ ਜੀ ਨੇ, ਉਹਦੇ ਵਿੱਚ ਸੁਪਰੀਮ ਕੋਰਟ ਨੇ ਆਪਣੇ ਆਦੇਸ਼ ਵਿੱਚ ਲਿਖਿਆ ਸੀ ਜੇ ਕੋਈ ਖੜਾ ਹੁੰਦਾ ਹੈ ਨੈਸ਼ਨਲ ਫਲੈਗ ਵਾਸਤੇ ਤੇ ਉਹਦਾ ਮਤਲਬ ਇਹ ਨਹੀਂ ਹੈ ਕਿ ਉਹ ਰਿਸਪੈਕਟ ਹੈ, ਜੇ ਕੋਈ ਬੈਠਾ ਰਹਿੰਦਾ ਉਹਦਾ ਮਤਲਬ ਇਹ ਨਹੀਂ ਹੈ ਕਿ ਡਿਸਰਿਸਪੈਕਟ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਫਲੈਗ ਕੋਡ ਆਫ ਇੰਡੀਆ ਨੂੰ, ਜੋ ਇੰਡੀਆ ਦਾ ਐਕਟ ਹੈ ਫਲੈਗ ਕੋਡ ਦਾ, ਉਹਦੇ ਬੇਸ ਤੇ ਆਇਆ ਸੀ। ਉਸ ਐਕਟ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਕਿ ਖੜੇ ਹੋਣਾ ਜ਼ਰੂਰੀ ਆ ਜਾਂ ਫਿਰ ਬਹਿਣਾ ਡਿਸਰਿਸਪੈਕਟ ਆ। ਅਜੀਤ ਜੀ ਤੇ ਆਉਣ ਤੋਂ ਪਹਿਲਾਂ ਮੈਂ ਥੋੜੀ ਜੀ ਇੱਕ ਜਾਣਕਾਰੀ ਹੋਰ ਸਾਂਝੀ ਕਰਨਾ ਚਾਹੂੰਗਾ। ਐਟ ਦਾ ਮੋਮੈਂਟ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਿਹੜੀ ਕਿ ਇੱਕ ਘਟਨਾ ਕੇਰਲਾ ਵਿੱਚ ਹੋਈ ਆ, ਉੱਥੇ ਫਿਲਮ ਫੈਸਟੀਵਲ ਚੱਲ ਰਿਹਾ, 490 ਸਕਰੀਨਿੰਗ ਹੋਣੀ ਆ 13 ਥੀਏਟਰ ਵਿੱਚ, ਜਿਹਦੇ ਵਿੱਚ ਕਿ ਲਗਭਗ 1500 ਫੋਰਨਰਸ ਨੇ ਵੀ ਹਿੱਸਾ ਲੈਣਾ ਜਾਂ ਫੋਰਨਰਸ ਨੇ ਵੀ ਇੱਥੇ ਮੂਵੀਜ਼ ਦੇਖਣੀਆਂ। ਸਵਾਲ ਇਹ ਵੀ ਉੱਠਦਾ ਵਾ ਕਿ ਫੋਰਨਰਸ ਨੂੰ ਵੀ ਖੜੇ ਹੋਣਾ ਕੰਪਲਸਰੀ ਆ, ਕਿ ਫੋਰਨਰਸ ਨੂੰ ਵੀ ਉਹਦੇ ਨਾਲ ਦੇਸ਼ ਭਗਤੀ ਦੀ ਭਾਵਨਾ ਜਾਗੂਗੀ ਜਾਂ ਫਿਰ ਸੁਪਰੀਮ ਕੋਰਟ ਫੋਰਨਰਸ ਨੂੰ ਐਗਜ਼ੈਂਪਟ ਕਰੂਗਾ। ਜਦੋਂ ਕੇਰਲਾ ਐਸ ਫਿਲਮ ਸੁਸਾਇਟੀ ਜੋ ਇਹ ਫਿਲਮ ਫੈਸਟੀਵਲ ਆਰਗੇਨਾਈਜ਼ ਕਰ ਰਹੀ ਆ, ਜਦੋਂ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਪਰੋਚ ਕੀਤਾ ਤੇ ਸੁਪਰੀਮ ਕੋਰਟ ਨੇ ਐਗਜ਼ੈਂਪਸ਼ਨ ਬਿਲਕੁਲ ਨਹੀਂ ਦਿੱਤੀ। ਇਹ ਬਿਲਕੁਲ ਨਹੀਂ ਕਿਹਾ ਕਿ ਫਿਲਮ ਫੈਸਟੀਵਲ ਵਿੱਚ ਸਾਡੇ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਫਿਲਮ ਫੈਸਟੀਵਲ ਵਿੱਚ ਭਾਵੇਂ ਫੋਰਨਰਸ ਪਾਰਟਿਸਿਪੇਟ ਕਰ ਰਹੇ ਆ ਪਰ ਸਾਡੇ ਫੈਸਲਾ ਜਿੱਦਾਂ ਹੈ ਉਦਾਂ ਹੀ ਰਹੂਗਾ, ਅਸੀਂ ਸਿਰਫ ਫਿਲਮ ਫੈਸਟੀਵਲ ਵਾਸਤੇ ਆਪਣਾ ਫੈਸਲਾ ਚੇਂਜ ਨਹੀਂ ਕਰਾਂਗੇ। ਫਿਰ ਤੋਂ ਸਵਾਲ ਰਿਪੀਟ ਕਰਦਾ ਕਿ ਫੋਰਨਰਸ ਦਾ ਵੀ ਨੈਸ਼ਨਲ ਐਂਥਮ ਸਾਹਮਣੇ ਖੜੇ ਹੋਣਾ ਜ਼ਰੂਰੀ ਆ, ਕਿ ਉਹਨਾਂ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਜਾਗੂਗੀ। ਅਜੀਤ ਜੀ ਤੋਂ ਸ਼ੁਰੂ ਕਰਦੇ ਆ। ਦੇਖੋ ਹਰਪ੍ਰੀਤ ਜੀ, ਮੈਂ ਜਦੋਂ ਸ਼ੁਰੂ ਗੱਲ ਕੀਤੀ ਸੀ ਮੈਂ ਇਹ ਗੱਲ ਕਹੀ ਸੀ ਕਿ ਕੋਰਟਸ ਜਿਹੜੀਆਂ ਹੈਗੀਆਂ ਸ਼ਖਸੀ ਆਜ਼ਾਦੀ ਦੀ ਰੱਖਿਆ ਕਰਦੀਆਂ ਹੁੰਦੀਆਂ ਨੇ, ਪਰ ਕੀ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਉਹਨਾਂ ਨੂੰ ਲੋਕਾਂ ਨੂੰ ਡਾਇਰੈਕਟ ਕਰਨਾ ਪੈ ਰਿਹਾ ਹੈ ਕਿ ਉਹ ਆਪਣੇ ਜਿਹੜਾ ਇਹਦਾ ਮੁਲਕ ਦਾ ਤਰਾਨਾ ਹੈ ਨੈਸ਼ਨਲ ਐਂਥਮ, ਉਹਦੇ ਵਾਸਤੇ ਖੜੇ ਹੋਣੇ ਕੋਰਟਸ ਨੂੰ ਜਿਹੜੀ ਹੈਗੀ ਗੱਲ ਕਹਿਣੀ ਪੈ ਰਹੀ ਹੈ, ਜਦੋਂ ਕਿ ਇਹ ਚੀਜ਼ ਲੋਕਾਂ ਦੇ ਵਿੱਚ ਆਪਣੇ ਆਪ ਇੱਕ ਭਾਵਨਾਤਮਕ ਤੌਰ ਤੇ ਆਪਣੇ ਮੁਲਕ ਵਾਸਤੇ, ਆਪਣੇ ਮੁਲਕ ਨਾਲ ਸੰਬੰਧਿਤ ਜਿਹੜੇ ਤਰਾਨੇ ਨੇ, ਹੋਰ ਉਹਦੇ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ, ਉਹਨਾਂ ਵਾਸਤੇ ਇੱਕ ਇੱਜ਼ਤ ਤੇ ਪਿਆਰ ਹੋਣਾ ਚਾਹੀਦਾ ਹੈ। ਕਿਉਂਕਿ ਅਜੋਕੀ ਦੁਨੀਆ ਦੇ ਵਿੱਚ ਤੁਹਾਡੀ ਜਿਹੜੀ ਹੋਂਦ ਹੈ ਉਹ ਆਪਣੇ ਮੁਲਕ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ। ਮੈਂ ਲੰਬਾ ਤਾਂ ਨਹੀਂ ਇਹ ਗੱਲ ਕਹਾਂਗਾ, ਅਸਲ ਦੇ ਵਿੱਚ ਬਿਮਾਰੀ ਉੱਥੋਂ ਸ਼ੁਰੂ ਹੋਈ ਹੈ, ਨੁਕਸ ਉੱਥੋਂ ਸ਼ੁਰੂ ਹੋਇਆ ਜਦੋਂ ਲੋਕਾਂ ਨੂੰ ਵੰਡ ਕੇ ਧਰਮ ਦੇ ਆਧਾਰ ਤੇ, ਜਾਤ ਦੇ ਆਧਾਰ ਤੇ ਰਾਜਨੀਤੀ ਕਰਨ ਗਈ ਹੈ। ਤਾਂ ਉਦੋਂ ਜਿਵੇਂ ਕੋਈ ਵੀ ਧਿਰ ਜਦੋਂ ਰਾਜ ਕਰਦੀ ਹੈ ਉਹ ਲੋਕਾਂ ਨੂੰ ਵੰਡ ਕੇ ਲੋਕਾਂ ਨੂੰ ਆਪਣੇ ਨਾਲ ਖੜੇ ਕਰਨ ਦੀ ਕੋਸ਼ਿਸ਼ ਕਰਦੀ ਹੈ ਵੋਟਾਂ ਵਾਸਤੇ। ਉਸ ਤਰ੍ਹਾਂ ਹੀ ਕੋਈ ਵੀ ਜਿਹੜੀ ਵਿਰੋਧੀ ਧਿਰ, ਔਰ ਉਹਦੇ ਨਾਲ ਇੱਕ ਮੈਂ ਗੱਲ ਕਹਾਂਗਾ ਕਿ ਵਿਰੋਧੀ ਸੋਚ, ਕਈ ਗੱਲਾਂ ਧਿਰਾਂ ਨਹੀਂ ਹੁੰਦੀਆਂ, ਸੋਚਾਂ ਹੁੰਦੀਆਂ ਨੇ। ਉਹ ਸੋਚ ਜਿਹੜੀ ਹੈਗੀ ਉਹ ਵੀ ਕਿਸੇ ਹੱਦ ਤੱਕ ਵਿਰੋਧ ਕਰਨ ਵਾਸਤੇ ਚਲੇ ਜਾਂਦੀ ਹੈ। ਉਹ ਕਦੇ ਨਹੀਂ ਸੋਚਦੀ ਕਿ ਇਸ ਹੱਦ ਤੋਂ ਅੱਗੇ ਜਾਣਾ ਜਿਹੜਾ ਹੈਗਾ ਉਹ ਸਾਡੇ ਜਿਹੜਾ ਮੁਲਕ ਹੈ ਉਹ ਇੱਕ ਯੂਨਿਟ ਜਿਹੜੀ ਹੈਗੀ ਸਾਡੀ ਇੱਕ
ਉਹਦੇ ਅਗੇਂਸਟ ਚਲੇ ਜਾਊਗਾ ਜਾਂ ਉਹਦੀ ਜਿਹੜੀ ਹੋਂਦ ਹੈ ਉਹਦਾ ਸਤਿਕਾਰ ਔਰ ਵਕਾਰ ਆ ਉਹਨੂੰ ਵੀ ਸੱਟ ਮਾਰ ਸਕਦੀ ਹੈ। ਇਹੋ ਜੀ ਸੋਚ ਕਿਤੇ ਵੀ ਨਹੀਂ ਰਹੇਗੀ। ਕਿਸੇ ਹੱਦ ਤੱਕ ਵੀ ਜਾਇਆ ਜਾਵੇ ਪਰ ਵਿਰੋਧ ਕਰਕੇ ਜੇ ਕੋਈ ਸਿਆਸੀ ਫਾਇਦਾ ਮਿਲਦਾ ਲੈ ਲਿਆ ਜਾਵੇ। ਇਹ ਅਸਲ 'ਚ ਜਿਹੜੀ ਹੈਗੀ ਸਾਰੀ ਇਸ ਗੱਲ ਦੀ ਜੜ ਹੈ। ਹੁਣ ਤੁਸੀਂ ਗੱਲ ਕੀਤੀ ਹੈ ਇਸ ਚੀਜ਼ ਦੀ ਦੇਸ਼ ਭਗਤੀ ਵਾਲੀ ਕਿ ਪਹਿਲੀ ਤਾਂ ਗੱਲ ਇਹ ਹੈ ਕਿ ਕੋਈ ਮੁਲਕ ਇਹੋ ਜਿਹਾ ਨਹੀਂ ਜਿੱਥੇ ਆਪਣੇ ਮੁਲਕ ਦੀ ਦੇਸ਼ ਭਗਤੀ ਨੂੰ ਬੁਰਾ ਕਿਹਾ ਜਾਂਦਾ। ਹਰ ਮੁਲਕ ਦੇ ਵਿੱਚ ਨਾਗਰਿਕ ਤੋਂ ਆਪਣੇ ਮੁਲਕ ਪ੍ਰਤੀ ਵਫਾਦਾਰ ਔਰ ਉਹਦੇ ਜਿਹਨੂੰ ਚਾਹੇ ਭਗਤ ਕਹਿ ਲਓ ਜਾਂ ਵਫਾਦਾਰੀ ਕਹਿ ਲਓ ਉਹਦੀ ਤਵੱਕੋ ਕੀਤੀ ਜਾਂਦੀ ਹੈ। ਪਰ ਜਦੋਂ ਅਰਥ ਬਦਲ ਦਿੱਤੇ ਜਾਂਦੇ ਨੇ, ਅਰਥ ਇੱਥੇ ਇਹ ਰਹਿ ਗਿਆ ਕਿ ਸਾਡੀ ਗੱਲ ਇਹੋ ਜਿਹੇ ਤਰਾਨਿਆਂ ਤੱਕ ਰਹਿ ਗਈ ਹੈ, ਸਾਡੀ ਗੱਲ ਚਿੰਨ੍ਹਾਂ ਤੱਕ ਰਹਿ ਗਈ ਹੈ। ਅਜੀਤ ਜੀ ਸ਼ਾਇਦ ਆਮ ਨਾਟ ਸ਼ੋਰ ਕਿ ਅਜੀਤ ਜੀ ਦੀ ਗੱਲ ਪੂਰੀ ਹੋ ਗਈ ਸੀ ਜਾਂ ਫਿਰ ਉਹਨਾਂ ਦੀ ਆਵਾਜ਼ ਇਸ਼ੂ ਆ ਰਿਹਾ ਵਾ। ਮੇਰੇ ਸਵਾਲ ਦਾ ਜੋ ਮੇਰਾ ਸਵਾਲ ਸੀ ਕਿ ਫੋਰਨਰ ਵਾਸਤੇ ਨੈਸ਼ਨਲ ਐਂਥਮ ਦੇ ਦੌਰਾਨ ਖੜੇ ਹੋਣਾ ਕੰਪਲਸਰੀ ਹੋਣਾ ਚਾਹੀਦਾ ਵਾ ਜਾਂ ਨਹੀਂ, ਜਾਂ ਫਿਰ ਉਹਨਾਂ ਨੂੰ ਤੋਂ ਐਗਜ਼ੈਂਪਟ ਕੀਤਾ ਜਾਵੇ। ਕੋਈ ਵੀ ਜੇ ਕਮੈਂਟ ਕਰਨਾ ਚਾਹੋ ਓਪਨ ਡਿਬੇਟ ਜੀ। ਹਰਪ੍ਰੀਤ ਜੀ ਮੈਂ ਇੱਕ ਲਾਈਨ ਦੇ ਵਿੱਚ ਕਹਾਂਗਾ ਵਿਦੇਸ਼ੀਆਂ ਦੇ ਉੱਤੇ ਆਪਣੀ ਦੇਸ਼ ਭਗਤੀ ਥੋਪਣਾ ਇੱਕ ਤਰ੍ਹਾਂ ਦੀ ਅਦਾਲਤੀ ਗੁੰਡਾਗਰਦੀ ਆ। ਇਸ ਗੱਲ ਦੀ ਬਿਲਕੁਲ ਵੀ ਅਨੈਤਿਕ ਤੌਰ ਤੇ ਸਾਨੂੰ ਕੋਈ ਆਗਿਆ ਨਹੀਂ ਕਿ ਅਸੀਂ ਵਿਦੇਸ਼ੀਆਂ ਦੇ ਉੱਤੇ ਆਪਣੀ ਦੇਸ਼ ਭਗਤੀ ਥੋਪਣ ਦੀ ਗੱਲ ਕਰੀਏ। ਅਸੀਂ ਇਹ ਗੱਲ ਤਾਂ ਕਹਿ ਸਕਦੇ ਹਾਂ ਕਿ ਅਮਰੀਕੀ ਨੂੰ ਅਮਰੀਕੀ ਦੇਸ਼ ਭਗਤ ਹੋਣਾ ਚਾਹੀਦਾ, ਪਾਕਿਸਤਾਨੀ ਨੂੰ ਪਾਕਿਸਤਾਨੀ ਦੇਸ਼ ਭਗਤ ਹੋਣਾ ਚਾਹੀਦਾ, ਬੰਗਲਾਦੇਸ਼ੀ ਨੂੰ ਬੰਗਲਾਦੇਸ਼ੀ ਦੇਸ਼ ਭਗਤ ਹੋਣਾ ਚਾਹੀਦਾ। ਪਰ ਬੰਗਲਾਦੇਸ਼ੀ ਭਾਰਤੀ ਦੇਸ਼ ਭਗਤ ਕਿਉਂ ਬਣੇ ਇਸ ਗੱਲ ਦੀ ਜੇ ਅਸੀਂ ਗੱਲ ਕਰਦੇ ਮੈਂ ਕਹਾਂਗਾ ਇਹ ਅਦਾਲਤੀ ਗੁੰਡਾਗਰਦੀ ਇੱਕ ਰਿਸਪੈਕਟ ਹੁੰਦੀ ਹੈ, ਆਪਣਾ ਇੱਕ ਇੱਜ਼ਤ ਹੁੰਦੀ ਹੈਗੀ ਹੈ, ਉਹਦੇ ਟੇਬਲ ਦੇ ਵਿੱਚ ਖੜੇ ਹੋਣਾ ਹੁੰਦਾ। ਤੁਸੀਂ ਸਾਰੇ ਇਕੱਠੇ ਬੋਲ ਰਹੇ ਜੋ। ਪਰ ਦਿਲਰਾਜ ਸਿੰਘ ਜੀ ਜੇ ਇੱਕ ਬੰਦਾ ਇੱਕ ਟਾਈਮ ਤੇ ਬੋਲੂਗਾ ਗੱਲ ਸਮਝ ਆ ਜਾਊਗੀ। ਓਕੇ ਪਹਿਲਾਂ ਸਬਦੀਪ ਜੀ ਨੂੰ ਗੱਲ ਪੂਰੀ ਕਰ ਲੈਣ ਦਿਓ, ਉਹਨਾਂ ਤੋਂ ਬਾਅਦ ਅਜੀਤ ਜੀ ਬੋਲੇ ਸੀ ਫਿਰ ਦਿਲਰਾਜ ਜੀ। ਜੇ ਤੁਸੀਂ ਮੇਰੀ ਗੱਲ ਦਾ ਵਿਰੋਧ ਵੀ ਕਰਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਨਹੀਂ ਵਿਰੋਧ ਦੀ ਗੱਲ ਨਹੀਂ। ਦੇਖੋ ਅਜੀਤ ਜੀ ਲੈਟ ਹਿਮ ਫਿਨਿਸ਼। ਅਜੀਤ ਜੀ ਜੇ ਕੋਈ ਸਮਾਗਮ ਚੱਲ ਰਿਹਾ ਕੌਮਾਂਤਰੀ ਲੈਵਲ ਦਾ, ਉਸ ਕੌਮਾਂਤਰੀ ਲੈਵਲ ਦੇ ਸਮਾਗਮ ਦੇ ਵਿੱਚ ਜਿੰਨੇ ਦੇਸ਼ ਸ਼ਾਮਲ ਹੋ ਰਹੇ ਉਹਨਾਂ ਦੇ ਜੇ ਝੰਡੇ ਝੁਲਾਏ ਜਾਂਦੇ ਨੇ, ਜੇ ਉਹਨਾਂ ਦੇਸ਼ਾਂ ਦੇ ਝੰਡੇ ਝੁਲਾਏ ਜਾਂਦੇ ਅਕਸਰ ਝੁਲਾਏ ਹੀ ਜਾਂਦੇ ਨੇ, ਜੇ ਉੱਥੇ ਇਹ ਵੀ ਫੈਸਲਾ ਹੋ ਜਾਂਦਾ ਕਿ ਸਾਰੇ ਦੇਸ਼ਾਂ ਦੇ ਨਾਗਰਿਕਾਂ ਸਾਰੇ ਦੇਸ਼ਾਂ ਦੇ ਜਿਹੜੇ ਉਹ ਕੌਮੀ ਗੀਤ ਵੀ ਗਾਏ ਜਾਣਗੇ ਤੇ ਸਾਰੇ ਦੇਸ਼ਾਂ ਦੇ ਡੈਲੀਗੇਟ ਉਹਨਾਂ ਗੀਤਾਂ ਦੌਰਾਨ ਖੜੇ ਹੋਣਗੇ, ਜਦੋਂ ਕਿਸੇ ਦੇਸ਼ ਦਾ ਨੇਤਾ ਬੋਲਣ ਲੱਗੇਗਾ ਉਸ ਤੋਂ ਪਹਿਲਾਂ ਉਸ ਦੇਸ਼ ਦਾ ਕੌਮੀ ਗੀਤ ਗਾਇਆ ਜਾਏਗਾ। ਜੇ ਇਸ ਤਰ੍ਹਾਂ ਦਾ ਕੌਮਾਂਤਰੀ ਸਮਾਗਮ ਦੇ ਵਿੱਚ ਕੋਈ ਫੈਸਲਾ ਹੋ ਜਾਂਦਾ ਤਾਂ ਮੈਂ ਸਮਝਦਾ ਉੱਥੇ ਕੋਈ ਵਿਰੋਧ ਨਹੀਂ ਕੀਤਾ ਜਾ ਸਕਦਾ। ਪਰ ਕੋਈ ਬੰਦਾ ਇੰਡੀਆ ਆਵੇ ਤੇ ਇੰਡੀਆ ਆ ਕੇ ਉਹਦੇ ਉੱਤੇ ਅਸੀਂ ਪਾਬੰਦੀ ਲਾਈਏ ਕਿ ਉਹ ਭਾਰਤੀ ਫਲੈਗ ਨੂੰ ਸਲਾਮ ਕਿਉਂ ਨਹੀਂ ਕਰਦਾ, ਉਹ ਭਾਰਤੀ ਨੈਸ਼ਨਲ ਐਂਥਮ ਨੂੰ ਕਿਉਂ ਨਹੀਂ ਗਾਉਂਦਾ, ਤਾਂ ਮੈਂ ਨਹੀਂ ਸਮਝਦਾ ਕਿ ਇਹ ਚੀਜ਼ ਨੈਤਿਕ ਤੌਰ ਦੇ ਉੱਤੇ ਅਸੀਂ ਇਹ ਹੱਕ ਰੱਖਦੇ ਹਾਂ ਕਿ ਅਸੀਂ ਕਿਸੇ ਦੇਸ਼ ਦੇ ਨਾਗਰਿਕ ਦੇ ਉੱਤੇ ਪਾਬੰਦੀ ਲਾਈਏ, ਕਿਸੇ ਦੇਸ਼ ਦੇ ਨਾਗਰਿਕ ਨੂੰ ਆਪਣੇ ਦੇਸ਼ ਦੇ ਵਿੱਚ ਆ ਕੇ ਮਜਬੂਰ ਕਰੀਏ। ਕਿਸੇ ਦੇਸ਼ ਦਾ ਨਾਗਰਿਕ ਜਦੋਂ ਸਾਡੇ ਕੋਲੇ ਵੀਜ਼ਾ ਲੈ ਕੇ ਆ ਗਿਆ, ਉਹ ਜਿਹੜੇ ਕੰਮ ਲਈ ਆਇਆ ਵਾ, ਜੇ ਉਹਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਦਾ, ਉੱਥੇ ਕੋਈ ਗੜਬੜ ਕਰਦਾ, ਦੈਨ ਅਸੀਂ ਉਹਦੇ ਖਿਲਾਫ ਕੋਈ ਕਾਰਵਾਈ ਕਰ ਸਕਦੇ ਹਾਂ। ਜਿਹੜੀ ਫਿਲਮ ਆਈ ਆ ਉਹ ਪਾਸ ਹੋ ਕੇ ਆਈ ਆ, ਉਹਦੇ 'ਚ ਕਿਤੇ ਸ਼ਰਤੇ ਸ਼ਾਮਲ ਨਹੀਂ ਕਿ ਜਦੋਂ ਤੁਸੀਂ ਇੰਡੀਆ ਜਾਓਗੇ ਤੁਹਾਨੂੰ ਭਾਰਤੀ ਝੰਡੇ ਨੂੰ ਸਲਾਮ ਕਰਨੀ ਪਏਗੀ ਤੇ ਭਾਰਤੀ ਗੀਤ ਦੇ ਨੂੰ ਗਾਉਣਾ ਪਏਗਾ ਤੇ ਉਹਦੇ ਨਾਲ ਖੜਾ ਹੋਣਾ ਪਏਗਾ। ਮੈਨੂੰ ਨਹੀਂ ਲੱਗਦਾ ਅਸੀਂ ਇਸ ਸ਼ਰਤ ਦੇ ਉੱਤੇ ਇੰਟਰਨੈਸ਼ਨਲ ਫਿਲਮ ਫੇਅਰ ਕਰ ਰਹੇ ਹਾਂ। ਅਜੀਤ ਜੀ ਦਿਲਰਾਜ ਜੀ ਇੱਕ ਬੰਦਾ ਪਲੀਜ਼ ਇੱਕ ਬੰਦਾ ਬੋਲਿਓ। ਅਜੀਤ ਜੀ ਜਾਂ ਦਿਲਰਾਜ ਜੀ ਮੈਨੂੰ ਬੋਲਣ ਦਿਓ ਕਿਉਂਕਿ ਮੇਰੇ ਕਮੈਂਟਸ ਜਿਹੜੇ ਅੱਧ ਵਿਚਕਾਰ ਰਹਿ ਗਏ ਸੀ। ਬੋਲੋ ਸਰ ਦੇਖੋ ਉਹ ਮੈਂ ਗੱਲ ਇਹ ਕਹਿ ਰਿਹਾ ਸੀ ਕਿ ਜਦੋਂ ਤੁਸੀਂ ਇਹੋ ਜਿਹੀ ਰਾਜਨੀਤੀ ਕਰਦੇ ਹੋ ਤਾਂ ਲੋਕਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹ ਹੋਰ ਤਰ੍ਹਾਂ ਭੜਕ ਜਾਂਦੀਆਂ ਨੇ। ਪਰ ਗੱਲ ਇੱਥੇ ਇਹ ਹੋਈ ਹੈ ਕਿ ਜੇ ਰਾਜ ਭਗਤੀ ਨੂੰ ਜੇ ਦੇਸ਼ ਭਗਤੀ ਨੂੰ ਇੱਕਦਮ ਕੰਡੈਮ ਕੀਤਾ ਜਾਂਦਾ ਹੈ, ਕੋਈ ਇਹੋ ਜਿਹਾ ਮੁਲਕ ਹੈ ਜਿੱਥੇ ਉਹਨਾਂ ਦੀ ਤਵੱਕੋ ਨਹੀਂ ਕੀਤੀ ਜਾਂਦੀ ਦੇਸ਼ ਭਗਤੀ ਤੇ ਦੇਸ਼ ਦੀ ਵਫਾਦਾਰੀ ਦੀ। ਹੁਣ ਆ ਜਾਂਦੀ ਹੈ ਬਾਹਰ ਦੇ ਲੋਕਾਂ ਦੀ ਗੱਲ। ਤੁਸੀਂ ਕਿਤੇ ਵੀ ਚਲੇ ਜਾਓ, ਤੁਸੀਂ ਆਪਣੀ ਹੋਂਦ ਲੈ ਕੇ ਜਾਂਦੇ ਹੋ, ਤੁਸੀਂ ਆਪਣੀ ਗੱਲ ਕਰਦੇ ਹੋ, ਚਾਹੇ ਖੇਡਾਂ 'ਚ ਜਾਂਦੇ ਹੋ, ਚਾਹੇ ਜੀ ਫੈਸਟੀਵਲਾਂ ਜਾਂਦੇ ਹੋ, ਪਰ ਕਿਸੇ ਵੀ ਮੁਲਕ ਵਿੱਚ ਚਲੇ ਜਾਓ ਉੱਥੇ ਦੇ ਲੋਕਾਂ ਦੇ ਜਿਹੜੇ ਆ ਉਸ ਮੁਲਕ ਨਾਲ ਸੰਬੰਧਿਤ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਰਿਸਪੈਕਟ ਕਰਨੀ ਹਰ ਬਾਹਰ ਦੇ ਆਉਣ ਦੇ ਬੰਦੇ ਦਾ ਵੀ ਫਰਜ਼ ਬਣ ਜਾਂਦਾ ਹੈ। ਜੇ ਤੁਸੀਂ ਇੰਡੀਅਨ ਵੀ ਕਿਸੇ ਦੂਸਰੇ ਮੁਲਕ 'ਚ ਜਾਂਦਾ ਹੈ, ਉਹ ਮੁਲਕ ਆਪਣੇ ਜਿਹੜੇ ਚਾਹੇ ਉਹਨਾਂ ਦਾ ਮੁਲਕੀ ਤਰਾਨਾ ਹੋਵੇ, ਕੋਈ ਮੁਲਕੀ ਚਿੰਨ੍ਹ ਹੋਵੇ, ਝੰਡਾ ਹੋਵੇ, ਉੱਥੇ ਜਾ ਕੇ ਅਸੀਂ ਉਹਦਾ ਸਤਿਕਾਰ ਕਰਦੇ ਹਾਂ।
ਸੋ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਆ ਰਿਹਾ ਜਾਂ ਜਾ ਰਿਹਾ ਦੂਜੇ ਮੁਲਕ 'ਚ ਉਹਦੀ ਬੇਇੱਜ਼ਤੀ ਹੈ। ਇਹ ਇੱਕ ਮਾਨਤਾ ਹੈ ਕਿ ਤੁਸੀਂ ਜਿਹਨਾਂ ਲੋਕਾਂ ਦੇ ਜਾਂਦੇ ਆ, ਅਤਿਥੀ ਬਣਦੇ ਹੋ, ਉਹਨਾਂ ਦੀਆਂ ਪਰੰਪਰਾਵਾਂ ਦਾ ਸਤਿਕਾਰ ਕਰਨਾ ਤੁਹਾਡਾ ਫਰਜ਼ ਹੈ। ਜੇ ਉਹ ਆਉਂਦੇ ਨੇ ਉਹ ਵੀ ਆਪਣੇ, ਜਿਵੇਂ ਖੇਡਾਂ ਦੇ ਵਿੱਚ ਵੀ ਜੇ ਤੁਸੀਂ ਜਾਂਦੇ ਹੋ, ਆਪਣੇ ਮੁਲਕ ਦਾ ਤਰਾਨਾ, ਆਪਣੇ ਮੁਲਕ ਦਾ ਝੰਡਾ ਲੈ ਕੇ ਜਿਹੜਾ ਹੈਗਾ ਉਹ ਉੱਥੇ ਘੁੰਮਿਆ ਜਾਂਦਾ ਹੈ। ਪਰ ਉਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਸ ਮੁਲਕ ਦੇ ਵੀ ਜਿਹੜੀ ਚਿੰਨ੍ਹ ਨੇ ਉਹਨਾਂ ਦੀ ਇੱਜ਼ਤ ਨਹੀਂ ਕਰੋਗੇ, ਉਹ ਵੀ ਕੀਤੀ ਜਾਂਦੀ ਹੈ। ਸੋ ਜੇ ਬਾਹਰੋਂ ਆ ਕੇ ਡੈਲੀਗੇਟਸ ਇੱਥੇ ਆ ਕੇ ਕੌਮੀ ਤਰਾਨੇ ਵੇੜੇ ਖੜੇ ਹੁੰਦੇ ਨੇ ਤਾਂ ਇਹ ਉਹਨਾਂ ਦੀ ਕੋਈ ਬੇਇੱਜ਼ਤੀ ਜਾਂ ਉਹਨਾਂ ਦੇ ਉੱਤੇ ਕੋਈ ਥੋਪੀ ਗਈ ਚੀਜ਼ ਨਹੀਂ, ਇਹ ਪਰੰਪਰਾਵਾਂ ਨੇ। ਪਰ ਇੱਕ ਗੱਲ ਮੈਨੂੰ ਨਹੀਂ ਸਮਝ ਆਉਂਦੀ ਹੈਗੀ ਕਿ ਅਜੀਤ ਜੀ ਤੁਸੀਂ ਬਹੁਤ ਟਾਈਮ ਜ਼ਿਆਦਾ ਲੈ ਰਹੇ ਹੋ, ਟਾਈਮ ਜੂ ਕੇ ਅੰਤ ਰੱਖੋ। ਅਜੀਤ ਜੀ ਮੇਰੇ ਸਵਾਲ ਤੇ ਸਟਿਕ ਰਹੋ ਪਲੀਜ਼ ਮੇਰੇ ਸਵਾਲ ਤੇ ਸਟਿਕ ਰਹੋ। ਤੁਸੀਂ, ਮੈਂ ਦਿਲਰਾਜ ਜੀ ਚਾਹੂੰਗਾ ਇਸ ਤੋਂ ਬਾਅਦ ਤੁਸੀਂ ਕਮੈਂਟ ਕਰੋ, ਪਰ ਦਿਲਰਾਜ ਜੀ ਅਜੇ ਤੱਕ ਤੁਸੀਂ ਇਹ ਕਹਿ ਰਹੇ ਸੀ ਕਿ ਉਹਦੇ ਨਾਲ ਦੇਸ਼ ਭਗਤੀ ਦੀ ਭਾਵਨਾ ਵੱਧਦੀ ਆ ਤੇ ਸੁਪਰੀਮ ਕੋਰਟ ਨੇ ਵੀ ਆਪਣੇ ਆਰਡਰ 'ਚ ਕਿਹਾ ਵਾ ਵਧੀਆ ਚੀਜ਼ ਆ, ਇਹਦੇ ਨਾਲ ਦੇਸ਼ ਭਗਤੀ ਦੀ ਭਾਵਨਾ ਵੱਧਦੀ ਆ। ਹੁਣ ਥੋੜਾ ਜਿਹਾ ਜਦੋਂ ਅਜੀਤ ਜੀ ਨੇ ਜਵਾਬ ਦਿੱਤਾ, ਅਜੀਤ ਜੀ ਨੇ ਗੱਲ ਨੂੰ ਮੈਨੂਪਲੇਟ ਕਰਤਾ, ਦੇਸ਼ ਭਗਤੀ ਦੀ ਭਾਵਨਾ ਤੋਂ ਰਿਸਪੈਕਟ ਦੀ ਗੱਲ ਤੇ ਆ ਗਏ। ਪਰ ਜੇ ਤੁਸੀਂ ਦੇਸ਼ ਭਗਤੀ ਦੀ ਭਾਵਨਾ ਕਹਿ ਕੇ ਡਿਫੈਂਡ ਕਰ ਰਹੇ ਜੋ, ਤੇ ਫੋਰਨਰ ਵਾਸਤੇ ਜੋ ਸਬਦੀਪ ਜੀ ਦਾ ਸਵਾਲ ਸੀ ਉਹ ਕਿਤੇ ਨਾ ਕਿਤੇ ਜਾਇਜ਼ ਸੀ ਕਿ ਫੋਰਨਰ ਦੀ ਵੀ ਦੇਸ਼ ਭਗਤੀ ਵਧੂਗੀ ਜਾਂ ਫਿਰ ਜਦੋਂ ਕੋਈ ਫੋਰਨਰ ਆ ਉਦੋਂ ਤੁਸੀਂ ਚਿੰਨ੍ਹਾਂ ਦੀ ਰਿਸਪੈਕਟ ਦੀ ਗੱਲ ਕਰੋਗੇ। ਦਿਲਰਾਜ ਜੀ ਬਿਲਕੁਲ ਦੇਖੋ, ਤੇ ਮੈਂ ਦਿਲਰਾਜ ਜੀ ਨੂੰ ਪੁੱਛਿਆ ਜੀ ਇੱਕ ਸਵਾਲ ਦਿਲਰਾਜ ਜੀ ਵਾਸਤੇ ਪਲੀਜ਼, ਤੁਸੀਂ ਹੁਣੇ ਦਿਲਰਾਜ ਜੀ ਪਲੀਜ਼ ਕੈਰੀ ਔਨ। ਜੀ ਸਤਿ ਜੀ, ਦੇਸ਼ ਭਗਤੀ ਤੇ ਰਿਸਪੈਕਟ ਵਿੱਚ ਕੋਈ ਬਹੁਤਾ ਅੰਤਰ ਨਹੀਂ ਹੈਗਾ, ਪਹਿਲੀ ਚੀਜ਼। ਦੇਸ਼ ਭਗਤੀ ਐਂਡ ਰਿਸਪੈਕਟ ਦੇ ਵਿੱਚ ਕੋਈ ਅੰਤਰ ਨਹੀਂ ਹੈਗਾ ਦਿਲਰਾਜ ਜੀ? ਰਾਜੀ ਸ਼ੋ ਕਿ ਦੇਸ਼ ਭਗਤੀ ਤੇ ਰਿਸਪੈਕਟ ਕੋਈ ਅੰਤਰ ਨਹੀਂ ਹੈਗਾ? ਬਹੁਤ ਬਹੁਤ ਸ਼ੁਕਰੀਆ। ਜੇ ਇੱਕ ਤਿਰੰਗਾ ਝੰਡਾ ਲਹਿਰਾਇਆ ਜਾਂਦਾ ਸਿਨੇਮਾ ਥੀਏਟਰ ਦੇ ਵਿੱਚ, ਰਾਸ਼ਟਰ ਗੀਤ ਗਾਇਆ ਜਾਂਦਾ ਜਨ ਗਣ ਮਨ, ਸਾਰੇ ਉੱਥੇ ਖੜੇ ਹੁੰਦੇ ਆ, ਤੇ ਕੁਝ ਫੋਰਨਰਸ ਵਿੱਚ ਦੇਸ਼ ਭਗਤੀ ਦੀ ਭਾਵਨਾ ਅਸੀਂ ਉਜਾਗਰ ਨਹੀਂ ਕਰਨੀ, ਪਰ ਐਜ਼ ਅ ਰਿਸਪੈਕਟ, ਐਜ਼ ਅ ਤਿਰੰਗੇ ਦੀ ਰਿਸਪੈਕਟ ਜੇ ਉਹ ਖੜੇ ਹੁੰਦੇ ਵੀ ਆ ਤਾਂ ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਕੋਈ ਹਰਜ ਹੈਗਾ ਵਾ ਕਿ ਰਿਸਪੈਕਟ ਵਜੋਂ ਖੜੇ ਹੋਇਆ ਜਾ ਸਕਦਾ ਵਾ। ਪਹਿਲੀ ਚੀਜ਼। ਦੂਜੀ ਚੀਜ਼, ਅੱਜ ਜੇ ਕੋਈ ਕ੍ਰਿਕਟ ਮੈਚ ਹੁੰਦਾ, ਕੋਈ ਫੁੱਟਬਾਲ ਮੈਚ ਹੁੰਦਾ, ਸਾਡੇ ਇੱਥੇ ਕੈਨੇਡਾ ਡੇ ਹੁੰਦਾ, ਜੇ ਉੱਥੇ ਕੋਈ ਵੀ ਬੰਦਾ ਦੇਖਣ ਗਿਆ ਹੋਵੇ, ਜਿਹੜੇ ਮਰਜ਼ੀ ਦੇਸ਼ ਦਾ ਨੈਸ਼ਨਲ ਐਂਥਮ ਗਾਇਆ ਜਾਵੇ, ਲੋਕੀ ਉਸ ਨੈਸ਼ਨਲ ਐਂਥਮ ਦੀ, ਲੋਕੀ ਉਸ ਤਿਰੰਗੇ ਦੀ ਰਿਸਪੈਕਟ ਵਜੋਂ ਖੜੇ ਹੁੰਦੇ ਆ। ਕੱਲ ਨੂੰ ਜੇ ਇੱਥੇ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਜਦੋਂ ਪਰੇਡ ਹੁੰਦੀ ਹੈ, ਕਈ ਵੱਡੇ ਵੱਡੇ ਮੁਲਕਾਂ ਦੇ ਡੈਲੀਗੇਟਸ ਇੱਥੇ ਉਹ ਪਰੇਡ ਦੇਖਣ ਆਉਂਦੇ ਆ ਇੰਡੀਆ ਦੇ ਵਿੱਚ। ਇੱਥੋਂ ਤੱਕ ਕਿ ਕਈ ਦੇਸ਼ਾਂ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੀ ਉੱਥੇ ਆਮੰਤਰਿਤ ਕੀਤੇ ਜਾਂਦੇ ਹੈਗੇ ਆ। ਰਾਸ਼ਟਰਗਾਨ ਹੁੰਦਾ ਵਾ, ਤਿਰੰਗਾ ਲਹਿਰਾਇਆ ਜਾਂਦਾ, ਸਾਰੇ ਇੰਡੀਅਨਸ ਖੜੇ ਹੁੰਦੇ ਆ, ਨਾਲ ਉਹ ਡੈਲੀਗੇਟ ਵੀ ਖੜੇ ਹੁੰਦੇ ਆ। ਤੁਸੀਂ ਤਾਂ ਕੱਲ ਨੂੰ ਕਹੋਗੇ ਕਿ ਉਹ ਜੇ ਬੰਦੇ ਆ ਗਏ ਆ, ਜੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਕਿਸੇ ਹੋਰ ਕੰਟਰੀ ਦਾ ਆਇਆ, ਇਹ ਰਾਸ਼ਟਰ ਗੀਤ ਸਾਡਾ ਵਾ ਇੰਡੀਆ ਦਾ, ਜਿਹੜਾ ਤਿਰੰਗਾ ਵਾ ਉਹ ਇੰਡੀਆ ਦਾ ਵਾ, ਤੇ ਸਬਦੀਪ ਜੀ ਕੱਲ ਨੂੰ ਕਹਿਣਗੇ ਕਿ ਉਹ ਵੀ ਨਾ ਖੜੇ ਹੋਣ। ਨਹੀਂ, ਐਜ਼ ਅ ਰਿਸਪੈਕਟ ਵਜੋਂ, ਐਜ਼ ਅ ਜੈਂਟਲਮੈਨ ਵਜੋਂ, ਐਜ਼ ਅ ਦੂਜੇ ਕੰਟਰੀ ਜਿੱਥੇ ਉਹ ਆਏ ਹੈਗੇ ਘੁੰਮਣ, ਉਹ ਕੰਟਰੀ ਦੀ ਰਿਸਪੈਕਟ ਵਜੋਂ ਉਹਨਾਂ ਸਾਰਿਆਂ ਨੂੰ ਖੜੇ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਇੰਡੀਅਨਸ ਨੂੰ ਉਹ ਜਿਹੜੇ ਗੈਸਟ ਆਏ ਆ ਉਹਨਾਂ ਦੀ ਦੇਖਭਾਲ ਕਰਨਾ, ਉਹਨਾਂ ਨੂੰ ਆਦਰ ਮਾਣ ਦੇਣਾ, ਓਨਾ ਹੀ ਉਹ ਬੰਦਿਆਂ ਨੂੰ ਵੀ ਜ਼ਰੂਰੀ ਹੁੰਦਾ ਵਾ। ਤੇ ਮੈਨੂੰ ਪਰਸਨਲ ਤੌਰ ਤੇ ਲੱਗਦਾ ਕਿ 52 ਸੈਕਿੰਡ ਕੰਟਰੀ ਦੀ ਰਿਸਪੈਕਟ ਵਜੋਂ, ਕੰਟਰੀ ਦੇ ਨੈਸ਼ਨਲ ਐਂਥਮ ਦੀ ਰਿਸਪੈਕਟ ਵਜੋਂ, ਕੰਟਰੀ ਦੇ ਤਿਰੰਗੇ ਦੀ ਰਿਸਪੈਕਟ ਵਜੋਂ ਖੜੇ ਹੋਣ ਨਾਲ ਫੋਰਨਰਸ ਨੂੰ ਕੋਈ ਫਰਕ ਨਹੀਂ ਪਏਗਾ। ਤੇ ਕੋਈ ਏਦਾਂ ਦਾ ਹਜੇ ਤੱਕ ਮੈਨੂੰ ਨਹੀਂ ਲੱਗਦਾ ਅਸੀਂ ਕੋਈ ਇਸ਼ੂ ਕਿਸੇ ਫੋਰਨਰ ਵੱਲੋਂ ਸੁਣਨ ਵਿੱਚ ਵੀ ਆਇਆ ਵਾ ਕਿਸੇ ਵੀ ਕੰਟਰੀ ਵਿੱਚ। ਤੇ ਇਹ ਬਿਲਕੁਲ ਵਾਜਿਬ ਡਿਸੀਜਨ ਸੀ ਸੁਪਰੀਮ ਕੋਰਟ ਦਾ। ਮੈਂ ਉਹਦਾ ਹਜੇ ਵੀ ਉਨਾ ਹੀ ਸਵਾਗਤ ਕਰਦਾ ਜਿੰਨਾ ਆਪਾਂ ਪਿਛਲੀ ਡਿਬੇਟ ਵਿੱਚ ਕਰਦੇ ਪਏ ਸੀ ਤੇ ਅੱਗੇ ਵੀ ਕਰਦਾ ਰਹੂੰਗਾ। 26 ਜਨਵਰੀ ਦੀ ਪਰੇਡ ਨੂੰ ਮੂਵੀ ਦੇ ਨਾਲ ਕੰਪੇਅਰ ਕੀਤਾ ਦਿਲਰਾਜ ਜੀ ਨੇ, ਕਿਹਾ ਕਿ 26 ਜਨਵਰੀ ਦੀ ਪਰੇਡ ਦੇ ਵਿੱਚ ਜਦੋਂ ਦੂਜੇ ਕੰਟਰੀ ਦੇ ਡੈਲੀਗੇਟਸ ਹੁੰਦੇ ਆ ਉਹ ਖੜੇ ਹੁੰਦੇ ਆ। ਪਰ ਸਵਾਲ ਕਿਤੇ ਨਾ ਕਿਤੇ ਮੈਂ ਵੀ ਕਨਫਿਊਜ਼ ਹੋ ਰਿਹਾ ਵਾਂ ਕਿ ਇੱਕ ਪਾਸੇ ਐਂਟਰਟੇਨਮੈਂਟ ਦਾ ਸਾਧਨ ਹੈ, ਉਸ ਤੋਂ ਪਹਿਲਾਂ ਨੈਸ਼ਨਲ ਐਂਥਮ ਚਲਾਇਆ ਜਾ ਰਿਹਾ ਵਾ, ਤੁਸੀਂ ਉਹਨੂੰ 26 ਜਨਵਰੀ ਨਾਲ ਕੰਪੇਅਰ ਕਰ ਰਹੇ ਜੋ, ਦੇਸ਼ ਵਾਸੀਆਂ ਨੂੰ ਕਹਿ ਰਹੇ ਜੋ ਕਿ ਤੁਹਾਡੀ ਦੇਸ਼ ਭਾਵਨਾ। ਦਿਲਰਾਜ ਸਿੰਘ ਜੀ ਲੈਟ ਮੀ ਫਿਨਿਸ਼ ਇੰਡੀਆ ਦੇ ਲੋਕਾਂ ਨੂੰ ਕਹਿ ਰਹੇ ਜੋ ਕਿ ਤੁਹਾਡੇ ਦੇਸ਼ ਭਗਤੀ ਦੀ ਭਾਵਨਾ ਵਧੂਗੀ, ਜੋ ਬਾਹਰੋਂ ਆ ਰਹੇ ਨੇ ਉਹਨਾਂ ਨੂੰ ਐਜ਼ ਅ ਰਿਸਪੈਕਟ ਖੜੇ ਹੋਣਾ ਹੋਊਗਾ।
ਕਿਤੇ ਨਾ ਕਿਤੇ ਦੋ ਚੀਜ਼ਾਂ ਮੈਨੂੰ ਵੇਖਣ ਨੂੰ ਤੇ ਸੁਣਨ ਨੂੰ ਮਿਲ ਰਹੀਆਂ, ਮੂਵੀ 'ਚ ਜਾਣਾ, 26 ਜਨਵਰੀ ਦੀ ਪਰੇਡ 'ਚ ਜਾਣਾ। ਸੀਪੀ ਸਿੰਘ ਜੀ। ਬਿਲਕੁਲ ਸਰ ਇੱਕ ਮਿੰਟ ਹਰਪ੍ਰੀਤ ਜੀ, ਇੱਕ ਮਿੰਟ ਸੀਪੀ ਸਿੰਘ ਜੀ, ਪਹਿਲੇ ਮੇਰੇ ਸਵਾਲ ਦਾ ਜਵਾਬ ਦਿਓ ਹਰਪ੍ਰੀਤ ਜੀ, ਕਿ ਜੇ ਨੈਸ਼ਨਲ ਐਂਥਮ ਸਿਨੇਮਾ ਥੀਏਟਰ ਵਿੱਚ ਚਲਾਇਆ ਜਾਵੇ ਉਹਦੀ ਅਹਿਮੀਅਤ ਹੋਰ ਹੁੰਦੀ ਹੈ ਤੇ 26 ਜਨਵਰੀ ਵਿੱਚ ਚਲਾਇਆ ਜਾਵੇ ਉਹਦੀ ਅਹਿਮੀਅਤ ਹੋਰ ਹੋ ਜਾਂਦੀ ਹੈ, ਕਿ ਤਿਰੰਗੇ ਦੀ ਅਹਿਮੀਅਤ 26 ਜਨਵਰੀ ਵਿੱਚ ਹੋਰ ਹੋਏਗੀ ਤੇ ਸਿਨੇਮਾ ਦੇ ਥੀਏਟਰ ਵਿੱਚ ਹੋਰ ਹੋਏਗੀ? ਅਹਿਮੀਅਤ ਕਦੀ ਵੀ ਬਦਲੀ ਨਹੀਂ ਜਾਂਦੀ। ਨੈਸ਼ਨਲ ਐਂਥਮ ਦੀ ਫਲੈਗ ਦੀ ਅਹਿਮੀਅਤ ਓਨੀ ਰਹੇਗੀ ਚਾਹੇ ਜਿੱਥੇ ਮਰਜ਼ੀ ਚਲਾਇਆ ਜਾਵੇ। ਹਰਪ੍ਰੀਤ ਜੀ ਇੱਕ ਤੁਸੀਂ ਪੁੱਛਣ ਤੋਂ ਪਹਿਲਾਂ ਇੱਕ ਗੱਲ ਅਜੀਤ ਜੀ can I host please ਸੀਪੀ ਸਿੰਘ ਜੀ ਨੂੰ? ਅਜੀਤ ਜੀ ਸੀਪੀ ਸਿੰਘ ਜੀ ਨੂੰ ਪਿਛਲੇ 15 ਮਿੰਟ ਤੋਂ ਟਾਈਮ ਨਹੀਂ ਮਿਲਿਆ ਤੇ ਤੁਸੀਂ ਬਾਰ-ਬਾਰ ਉਹਨਾਂ ਨੂੰ ਅਜੇ ਵੀ ਗੱਲ ਨਹੀਂ ਕਰਨ ਦੇ ਰਹੇ। ਸੀਪੀ ਸਿੰਘ ਜੀ ਪਲੀਜ਼। ਅਜੀਤ ਜੀ ਇੱਕ ਸੈਕਿੰਡ, ਲੈਟ ਮੀ ਫਿਨਿਸ਼। ਹਰਪ੍ਰੀਤ ਜੀ ਬਿਲਕੁਲ ਠੀਕ ਹੈ, ਦਿਲਰਾਜ ਜੀ ਦੇ ਵੀ ਸੈਂਟੀਮੈਂਟਸ ਦੀ ਮੈਂ ਕਦਰ ਕਰਦਾ, ਲੇਕਿਨ ਜਦੋਂ ਤੁਸੀਂ ਕਿਸੇ ਰਾਸ਼ਟਰਗਾਨ ਨੂੰ 26 ਜਨਵਰੀ ਜਾਂ ਕਿਸੇ ਨੈਸ਼ਨਲ ਇਵੈਂਟ ਤੇ ਚਲਾਉਂਦੇ ਹੋ, ਉਦੋਂ ਉਸ ਦਾ ਜਿਹੜਾ ਮੋਟਿਵ ਹੈ, ਉਸ ਦਾ ਮੰਤਵ ਹੈ, ਡਿਫਰੈਂਟ ਹੁੰਦਾ ਹੈ। एंटरटेनमेंट फील्ड ले लो या स्पोर्ट्स फील्ड ले लो, उत्थे ओदा मोटिव थोड़ा जा फर्क पै जाता है। लेकिन फिर भी ਦਿਲਰਾਜ ਸਿੰਘ ਜੀ ਤੁਸੀਂ ਬਾਰ-ਬਾਰ ਕਹਿ ਰਹੇ ਹੋ ਜਦੋਂ ਸਪੋਰਟ ਇਵੈਂਟ ਹੁੰਦੇ ਆ, ਖਾਸ ਕਰਕੇ ਕੈਨੇਡਾ ਅਮਰੀਕਾ ਦਾ ਵੀ ਤੁਸੀਂ ਨਾਂ ਲਿਆ, ਮੈਂ ਤੁਹਾਨੂੰ ਦੱਸਦਾ ਜਦੋਂ ਸਪੋਰਟ ਇਵੈਂਟ ਹੁੰਦੇ ਆ ਉੱਥੇ ਮੈਂਡੇਟਰੀ ਨਹੀਂ ਹੁੰਦਾ ਖੜਾ ਹੋਣ ਵਾਸਤੇ। ਕੈਨੇਡਾ ਅਮਰੀਕਾ ਵਿੱਚ ਵੀ ਰਾਸ਼ਟਰੀ ਗਾਨ ਵਿੱਚ ਖੜਾ ਹੋਣਾ ਮੈਂਡੇਟਰੀ ਨਹੀਂ ਹੁੰਦਾ। ਕੈਨ ਯੂ ਨਾਓ ਪਲੀਜ਼ ਲੈਟ ਸੀਪੀ ਸਿੰਘ ਕੈਰੀ ਔਨ। ਤੁਸੀਂ ਇੱਕ ਵਾਰ ਕੰਪਲੀਟ ਕਰ ਲੈਣਾ ਦਿਲਰਾਜ, ਤੁਸੀਂ ਆਪਣੀ ਗੱਲ ਤੇ ਬੋਲ ਲਿਓ। ਪਲੀਜ਼ ਲੈਟ ਹਿਮ ਫਿਨਿਸ਼। ਤੁਸੀਂ ਮੈਨੂੰ ਰਿਕੁਐਸਟ ਨਾ ਕਰੋ, ਤੁਸੀਂ ਬਾਅਦ ਚ ਰਿਕੁਐਸਟ ਕਰ ਲਿਓ, ਉਹਨਾਂ ਦੀ ਗੱਲ ਤੇ ਸੁਣ ਲਓ, ਹੋ ਸਕਦਾ ਉਹਨਾਂ ਦੀ ਗੱਲ ਦਾ ਮਤਲਬ ਵੀ ਕੁਝ ਹੋਰ ਨਿਕਲ ਰਿਹਾ ਹੋਵੇ। ਸੀਪੀ ਸਿੰਘ ਜੀ। ਬਿਲਕੁਲ ਹਰਪ੍ਰੀਤ ਜੀ, ਮੈਂ ਉਹੀ ਕਹਿ ਰਿਹਾ ਸੀ, ਜਦੋਂ ਅਸੀਂ ਕੋਈ ਇਦਾਂ ਦੇ ਇਵੈਂਟ, ਸਪੋਰਟਸ ਇਵੈਂਟ, ਐਂਟਰਟੇਨ ਇਵੈਂਟ ਦੇ ਵਿੱਚ ਅਸੀਂ ਆਪਣਾ ਰਾਸ਼ਟਰਗਾਨ ਪਲੇ ਕਰਦੇ ਹਾਂ, ਤਾਂ ਉਦੋਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਕਿ ਅਜੀਤ ਜੀ ਨੇ ਇਸ ਨੂੰ ਮੈਨੀਪੂਲੇਟ ਕਰਕੇ ਰਿਸਪੈਕਟ ਤੇ ਲਿਆਂਦਾ, ਉੱਥੇ ਜਿਹੜੀ ਚੀਜ਼ ਆ ਉਹ ਰਿਸਪੈਕਟ ਕਲੀਅਰ ਹੁੰਦੀ ਹੈ। ਤੁਸੀਂ ਫੋਰਨ ਪਲੇਅਰਸ ਦੀ ਵੀ ਗੱਲ ਕਰੋ, ਜਦੋਂ ਫੋਰਨ ਕੰਟਰੀ ਦਾ ਕੋਈ ਰਾਸ਼ਟਰਗਾਨ ਚੱਲਦਾ ਤਾਂ ਸਾਡੇ ਪਲੇਅਰ ਵੀ ਉਹਦੀ ਰਿਸਪੈਕਟ ਕਰਦੇ ਆ, ਕੁਝ ਉਹਨਾਂ ਦੇ ਐਦਾਂ ਦੇ ਐਕਸ਼ਨਸ ਹੁੰਦੇ ਜਿਹੜੇ ਕਿ ਉਹ ਵੀ ਨਾਲ ਪਰਫਾਰਮ ਕਰਦੇ ਆ। ਸੋ ਜੇ ਅਸੀਂ ਇਹ ਗੱਲ ਕਵਾਂਗੇ ਕਿ ਐਂਟਰਟੇਨਮੈਂਟ ਫੀਲਡ ਦੇ ਵਿੱਚ ਜਾਂ ਸਪੋਰਟਸ ਫੀਲਡ ਦੇ ਵਿੱਚ ਇਹ ਨਹੀਂ ਚਲਾਉਣਾ ਚਾਹੀਦਾ ਜਾਂ ਉੱਥੇ ਕੁਝ ਥੋਪਿਆ ਜਾਣਾ ਚਾਹੀਦਾ, ਉੱਥੇ ਉਹ ਚੀਜ਼ ਗਲਤ ਹੈ। ਦੇਖੋ, ਜੇ ਖੜਨਾ ਜਾਂ ਬੈਠਣਾ ਇਹਦੇ ਨਾਲ ਰਿਸਪੈਕਟ ਨਹੀਂ ਹੁੰਦੀ, ਰਿਸਪੈਕਟ ਹੁੰਦੀ ਹੈ ਤੁਹਾਡੇ ਦਿਲ ਦੇ ਵਿੱਚ। ਲੇਕਿਨ ਅਗਰ ਥੀਏਟਰਸ ਦੇ ਵਿੱਚ ਇਹ ਪਲੇ ਕਰਾਂਗੇ ਤਾਂ ਥੀਏਟਰ ਦੇ ਵਿੱਚ ਐਂਟਰਟੇਨਮੈਂਟ ਤੋਂ ਪਹਿਲਾਂ, ਜਦੋਂ ਫਿਲਮ ਤੋਂ ਪਹਿਲਾਂ ਉਹ ਪਲੇ ਕੀਤਾ ਜਾਂਦਾ ਹੈ, ਉਹ ਸਿਰਫ ਤੇ ਸਿਰਫ ਜਾਗਰੂਕਤਾ ਲਿਆਉਣ ਲਈ ਪਲੇ ਕੀਤਾ ਜਾਂਦਾ ਹੈ। ਜੇ ਮੰਨ ਲਓ ਉਹਦੇ ਵਿੱਚ ਆਡੀਅנס, ਫੋਰਨ ਆਡੀਅנס ਵੀ ਬੈਠੀ ਹੈ, ਤਾਂ ਫੋਰਨ ਆਡੀਅנס ਨੂੰ ਵੀ ਇਹ ਲੱਗਦਾ ਹੈ ਕਿ ਜਿਹੜੇ ਇੰਡੀਅਨਸ ਦੇ ਵਿੱਚ ਇੰਡੀਅਨ ਦੇ ਰਾਸ਼ਟਰਗਾਨ ਪ੍ਰਤੀ ਇੰਨੀ ਰਿਸਪੈਕਟ ਹੈ, ਉਹ ਵੀ ਉਸ ਚੀਜ਼ ਨੂੰ ਫੋਲੋ ਕਰਦੇ ਆ। ਜੇ ਅਸੀਂ ਇਸਦਾਂ ਦੇ ਐਕਟ ਨੂੰ ਬੈਠ ਕੇ ਜਾਂ ਲੜਾਈਆਂ ਕਰਕੇ ਕੁਝ ਏਦਾਂ ਦੇ ਹੋਰ ਹੈਪਨਿੰਗਸ ਕਰਕੇ ਦਿਖਾਵਾਂਗੇ, ਲੋਕਾਂ ਨੂੰ ਮੀਡੀਆ ਦੇ ਵਿੱਚ ਦਿਖਾਵਾਂਗੇ, ਤਾਂ ਸਾਡੀ ਹੀ ਉਹਦੇ ਚ ਰਿਸਪੈਕਟ ਦੀ ਜਿਹੜੀ ਤੋਹੀਨ ਹੁੰਦੀ ਹੈ। ਸੋ ਇਸ ਨੂੰ ਇਸ ਤਰ੍ਹਾਂ ਦਾ ਮੁੱਦਾ ਨਾ ਲਓ ਕਿ ਇਹਨੂੰ ਥੋਪਿਆ ਜਾਵੇ ਜਾਂ ਇਸ ਨੂੰ ਕੀਤਾ ਜਾਵੇ। ਇਸ ਨੂੰ ਰਿਸਪੈਕਟ ਨਾਲ ਪਰਫਾਰਮ ਕੀਤਾ ਜਾਵੇ, ਚਾਹੇ ਉਹ ਕੋਈ ਵੀ ਫੀਲਡ ਹੈ। ਤੁਸੀਂ ਦੇਖਿਆ ਹੋਣਾ ਜਦੋਂ ਕ੍ਰਿਕਟ ਮੈਚਸ ਹੁੰਦੇ ਨੇ, ਉਦੋਂ ਫੋਰਨ ਕੰਟਰੀ ਦੇ ਜਿਹੜੇ ਪਲੇਅਰਸ ਹੁੰਦੇ ਨੇ ਉਹ ਵੀ ਸਾਡੇ ਰਾਸ਼ਟਰਗਾਨ ਦੇ ਉੱਪਰ ਬਿਲਕੁਲ ਸਾਵਧਾਨ ਹੋ ਕੇ ਪਰਫਾਰਮ ਕਰਦੇ ਉਸ ਚੀਜ਼ ਨੂੰ। ਉਹ ਉਸ ਨੂੰ ਏਦਾਂ ਨਹੀਂ ਹੁੰਦਾ ਕਿ ਉਹ ਉਸ ਨੂੰ ਡਿਸਰਿਸਪੈਕਟ ਕਰਦੇ ਆ। ਸੋ ਇਹ ਚੀਜ਼ ਨੂੰ ਅਸੀਂ ਖੁਦ ਆਪਣੇ ਆਪ ਐਨਾਲਾਈਜ਼ ਕਰਨਾ ਪਏਗਾ। ਮੋਟਿਵ ਇਹਦਾ ਦਿਲਰਾਜ ਜੀ ਸਿਰਫ ਇਹੀ ਹੈ ਕਿ ਆਪਣੇ ਜੇ ਉਹਨੂੰ ਰਾਸ਼ਟਰਗਾਨ ਦਾ ਦਰਜਾ ਮਿਲਿਆ ਤਾਂ ਉਸ ਨੂੰ ਰਿਸਪੈਕਟ ਦਿਓ, ਉਸ ਨੂੰ ਪਰਫਾਰਮ ਕਰੋ, ਖੜੇ ਹੋ ਕੇ, ਸਾਵਧਾਨ ਹੋ ਕੇ। ਸ਼ੁਰੂ ਤੋਂ ਏਦਾਂ ਦਾ ਟ੍ਰੈਂਡ ਚੱਲਦਾ ਆ ਰਿਹਾ। ਜੇ ਸੁਪਰੀਮ ਕੋਰਟ ਨੇ ਅੱਜ ਐਂਟਰਟੇਨਮੈਂਟ ਦੇ ਵਿੱਚ, ਥੀਏਟਰਸ ਦੇ ਵਿੱਚ ਇਸ ਚੀਜ਼ ਨੂੰ ਇੰਪਲੀਮੈਂਟ ਕੀਤਾ ਨਾਲ ਕਰ ਦਿੱਤਾ ਜਾਣਾ ਚਾਹੀਦਾ। ਇਹਨੂੰ ਹੋਰ ਚੀਜ਼ਾਂ ਨਾਲ ਕੰਪੇਅਰ ਨਾ ਕਰੋ, ਨਾ ਹੀ ਇਸ ਨੂੰ ਲੜਾਈ ਦਾ ਵਿਸ਼ਾ ਬਣਾਓ। ਹੈਲੋ, ਮੈਂ ਇਹ ਦਿਲਰਾਜ ਸਿੰਘ ਜੀ ਪਲੀਜ਼, ਤੁਸੀਂ ਸੀਪੀ ਸਿੰਘ ਨੂੰ ਟੋਕ ਰਹੇ ਸੀ, ਮੈਂ ਚਾਹੂੰਗਾ ਤੁਸੀਂ ਆਪਣੀ ਗੱਲ ਜ਼ਰੂਰ ਪੂਰੀ ਕਰੋ। ਹੋ ਗਿਆ ਜੀ, ਮੇਰੇ ਕਹਿਣਾ ਉਹਨਾਂ ਨੇ ਕਲੀਅਰ ਉਹ ਇਹ ਥੋੜਾ ਜਿਹਾ ਮੈਂ ਨੈਸ਼ਨਲ ਐਂਥਮ ਦੀ ਡਿਬੇਟ ਤੇ ਸ਼ਾਇਦ ਚੱਲਦੀ ਰਹੂਗੀ।